ਨੂੰ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਬਲਾ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨੇਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਡੈਮੋਕ੍ਰੇਟਿਕ ਪਾਰਟੀ ਦੀ ਜਿਹੜੀ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਚੱਲ ਰਹੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੇਟਿਕ ਪਾਰਟੀ ਵੱਲੋਂ ਜਿਹੜਾ ਡਿਕਲੇਅਰ ਕੀਤਾ ਹੈਗਾ। ਅਤੇ ਕਹਿੰਦੇ ਕਾਫੀ ਸਟਾਰ ਸਪੀਕਰਸ ਇਸ ਕਨਵੈਨਸ਼ਨ ਦੇ ਵਿੱਚ ਜਿਹੜੇ ਬੋਲੇ ਹੈਗੇ ਆ। ਪ੍ਰੈਜ਼ੀਡੈਂਟ ਬਿਲ ਕਲਿੰਟਨ ਤੋਂ ਲੈ ਕੇ ਜਿਮੀ ਕਾਰਟਰ, ਮਿਸ਼ੈਲ ਓਬਾਮਾ, ਹੋਰ 17 ਦੇ ਕਰੀਬ ਰਾਈਜ਼ਿੰਗ ਸਟਾਰ, ਜਿਨ੍ਹਾਂ ਦੇ ਵਿੱਚ ਸਟੇਸੀ ਅਬਰਾਮਸ, ਇਹ ਜਿਹੜੇ ਬੋਲੇ। ਕੱਲ੍ਹ AOC ਜਿਹੜੀ ਐਲੈਗਜ਼ੈਂਡਰੀਆ ਕੋਰਟੇਜ਼ ਹੈਗੀ ਆ, ਉਸ ਨੇ ਵੀ 60 ਸੈਕਿੰਡ ਦੇ ਵਿੱਚ ਆਪਣਾ ਜਿਹੜਾ ਭਾਸ਼ਣ ਦਿੱਤਾ ਅਤੇ ਉਸ ਨੇ ਜਿਹੜਾ ਬਰਨੀ ਸੈਂਡਰਸ ਨੂੰ ਇੰਡੋਰਸ ਕੀਤਾ ਹੈਗਾ। ਸੋ ਹੁਣ ਬਹੁਤਾ ਕੁਛ ਰਾਜਕਨਵੀਰ ਸਿੰਘ ਜੀ ਇਹੀ ਆ ਰਿਹਾ ਵੀ ਲੈਫਟ ਦਾ ਜਿਹੜਾ ਆ ਜ਼ਿਆਦਾ ਭਾਰ ਉਹਨਾਂ 'ਤੇ ਪੈ ਰਿਹਾ ਹੈਗਾ ਡੈਮੋਕ੍ਰੇਟਿਕ ਪਾਰਟੀ 'ਤੇ। ਮਿਡਲ ਗਰਾਊਂਡ ਤੋਂ ਥੋੜ੍ਹਾ ਜਿਹਾ ਲੈਫਟ ਵੱਲ ਨੂੰ ਚੱਲਣਾ ਸ਼ੁਰੂ ਹੋਇਆ। ਸੋ ਪੂਰਾ ਜ਼ੋਰ ਜਿਹੜਾ ਆ ਡੋਨਲਡ ਟਰੰਪ ਦੇ ਉੱਤੇ ਇੱਕ ਜਿਹੜਾ ਫੋਕਸ ਰੱਖਿਆ ਗਿਆ ਆ। ਸੋ ਬਹੁਤ ਸਾਰੇ ਕਈ ਜਿਹੜੇ ਰਿਪਬਲਿਕਨ ਨਾਰਾਜ਼ ਹੈਗੇ ਆ, ਉਹ ਵੀ ਇਸ ਕਨਵੈਨਸ਼ਨ ਦੇ ਵਿੱਚ ਗਏ ਹੈਗੇ ਆ। ਜੌਨ ਕੈਸ਼ਕ ਜਿਹੜੇ ਓਹਾਇਓ ਦੇ ਗਵਰਨਰ ਰਹੇ ਆ, ਇਸੇ ਤਰ੍ਹਾਂ ਕੋਲਿਨ ਪਾਵਲ ਵੀ ਜਿਹੜੇ ਉਹਨਾਂ ਨੇ ਕਿਹਾ ਆ ਵੀ ਜਿਹੜਾ ਜੋ ਬਾਈਡਨ ਆ ਉਹ ਅਮਰੀਕਾ ਦੀ ਲੀਡਰਸ਼ਿਪ ਵਿੱਚ ਦੁਬਾਰਾ ਕੀ ਇਸ ਨੂੰ ਰੀਸਟੋਰ ਕਰੂਗਾ। ਇਹ ਉਹਨਾਂ ਨੇ ਆਪਣੀ ਜਿਹੜੀ ਕਨਵੈਨਸ਼ਨ ਦੇ ਵਿੱਚ ਸਪੀਚ ਦਿੱਤੀ ਆ ਉਹਦੇ ਵਿੱਚ ਦੱਸਿਆ। ਜੀ ਬਿਲਕੁਲ। ਸੋ ਦੇਖਦੇ ਹਾਂ ਕੀ ਬਣਦਾ, ਪਰ ਇਹਨਾਂ ਨੇ ਐਕਚੁਅਲ ਦੇ ਵਿੱਚ ਜਿਹੜੀ ਡੈਮੋਕ੍ਰੇਟ ਐਸਟੈਬਲਿਸ਼ਮੈਂਟ, ਇਹਨਾਂ ਨੇ ਮਿਡਲ ਪਰਸਨ ਜਿਹੜਾ ਮੋਡਰੇਟ ਡੈਮੋਕ੍ਰੇਟ ਆ ਉਸੇ ਨੂੰ ਹੀ ਚੁਣਿਆ ਆ। ਪ੍ਰੋਗਰੈਸਿਵ ਡੈਮੋਕ੍ਰੇਟ ਜਿਹੜੇ ਆ ਉਹ ਹਾਲ ਦੀ ਘੜੀ ਇਸ ਪਾਰਟੀ ਦੇ ਵਿੱਚ ਪਿੱਛੇ ਆ, ਨੋ ਡਾਊਟ। ਉਹ ਆਪਣਾ ਫੁੱਟ ਹੋਲਡ ਜਿਹੜਾ ਉਹ ਸਟਰੋਂਗ ਕਰ ਰਹੇ ਆ, ਪਰ ਹਾਲ ਦੀ ਘੜੀ ਅਜੇ ਡੈਮੋਕ੍ਰੇਟ ਪਾਰਟੀ ਦੇ ਵਿੱਚ ਉਹਨਾਂ ਦੂਜੇ ਜਿਹੜੇ ਮੋਡਰੇਟ ਡੈਮੋਕ੍ਰੇਟਸ ਆ ਉਹ ਅੱਗੇ ਹੈਗੇ ਆ। ਇਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ। ਹੁਣ ਰਾਸ਼ਟਰਪਤੀ ਟਰੰਪ ਕਮਲਾ ਹੈਰਿਸ, ਸੈਨੇਟਰ ਕਮਲਾ ਹੈਰਿਸ ਦੇ ਉੱਤੇ ਇਸੇ ਕਰਕੇ ਹੀ ਜਿਹੜੇ ਉਹ ਕਰ ਰਹੇ ਆ, ਤੰਜ ਕੱਸ ਰਹੇ ਆ। ਉਹ ਉਹਨਾਂ ਨੂੰ ਲਿਬਰਲ ਅਤੇ ਫਾਰ ਲੈਫਟ ਅਤੇ ਬਰਨੀ ਸੈਂਡਰਸ ਤੋਂ ਵੀ ਜ਼ਿਆਦਾ ਲੈਫਟਿਸਟ ਜਿਹੜਾ ਆ ਉਹ ਉਹਨਾਂ ਨੂੰ ਦੱਸ ਰਹੇ ਹੈਗੇ ਆ। ਇਹ ਅਟੈਕ ਮੋਡ ਉਹਨਾਂ ਦਾ ਬਣਿਆ। ਅਤੇ ਨੋ ਡਾਊਟ ਹਰਜੋਤ ਸਿੰਘ ਜੀ ਜਿਹੜੇ ਮੌਜੂਦਾ ਰਾਸ਼ਟਰਪਤੀ ਉਹਨਾਂ ਉੱਤੇ ਤਾਂ ਇਹਨਾਂ ਨੇ ਤੰਜ ਜਿਹੜੇ ਉਹ ਕੱਸਣੇ ਸੀਗੇ। ਸੋ ਇਹ ਜਿਹੜੀਆਂ ਕਨਵੈਨਸ਼ਨਸ ਹੁੰਦੀਆਂ ਆ, ਇਹ ਇੱਕ ਪ੍ਰੋਪ ਅਪ ਸਮਾਂ ਹੁੰਦਾ ਆ ਆਪਣੇ ਜਿਹੜਾ ਕੈਂਡੀਡੇਟ ਆ ਉਸ ਦੀ ਵੱਧ ਤੋਂ ਵੱਧ ਜਿਹੜੀ ਆ ਚੜ੍ਹਾਈ ਜਿਹੜੀ ਆ ਉਹ ਕਰਨ ਦੇ ਲਈ। ਪਰ ਇਹ ਜ਼ਰੂਰ ਜਿਹੜਾ ਅਲੈਗਜ਼ੈਂਡਰੀ ਓਕਾਸੀਓ-ਕੋਰਟਜ਼ ਨੇ ਨੋਮੀਨੇਟ ਕੀਤਾ ਬਰਨੀ ਸੈਂਡਰਸ ਨੂੰ, ਉਹ ਜ਼ਰੂਰ ਵੈਸੇ ਕਿਤੇ ਨਾ ਕਿਤੇ ਸੋਚ ਵੀ ਰਹੇ ਸੀ ਵੀ ਇੱਦਾਂ ਹੋਣਾ ਹੀ ਆ, ਅਤੇ ਉਸਨੇ ਉੱਦਾਂ ਕੀਤਾ ਹੀ ਆ। ਪਰ ਇਹ ਜ਼ਰੂਰ ਆ ਵੀ ਟਾਕਿੰਗ ਪੁਆਇੰਟ ਦੂਜਿਆਂ ਨੂੰ ਜਿਹੜਾ ਗੱਲ ਕਰਨ ਦਾ ਜਿਹੜਾ ਕਾਫੀ ਇਸ ਦੇ ਵਿੱਚ ਵਿਰੋਧੀਆਂ ਨੂੰ ਉਸ ਦੇ ਵਿੱਚ ਮੌਕਾ ਮਿਲ ਜਾਂਦਾ। ਉਹ ਕਹਿਣਗੇ ਵੀ ਦੇਖੋ ਜੀ ਇਹ ਤਾਂ ਆਪਸ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਯੂਨਿਟੀ ਨਹੀਂ ਹੈਗੀ, ਇਹਨਾਂ ਨੇ ਅੱਗੇ ਅਮਰੀਕਾ ਨੂੰ ਕਿੱਦਾਂ ਜਿਹੜਾ ਉਹ ਯੂਨਾਈਟ ਕਰਨਾ ਹੈਗਾ ਆ। ਸੋ ਬਿਲਕੁਲ ਲਾਸਟ ਟਾਈਮ ਵੀ ਜਦੋਂ ਬਰਨੀ ਸੈਂਡਰਸ ਨੂੰ ਇੱਕ ਤਰ੍ਹਾਂ ਦੇ ਨਾਲ ਧੱਕਿਆ ਹੀ ਸੀ ਡੈਮੋਕ੍ਰੇਟਿਕ ਪਾਰਟੀ ਨੇ, ਸੋ ਉਸ ਟਾਈਮ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਪੋਰਟਰ ਸੀ, ਖਾਸ ਕਰਕੇ ਯੰਗ ਵੋਟਰਸ ਜਿਹੜੇ ਯੂਨੀਵਰਸਿਟੀ ਸਟੂਡੈਂਟਸ, ਉਹ ਬਰਨੀ ਸੈਂਡਰਸ ਦੇ ਨਾਲ ਬਹੁਤ ਆ। ਸੋ ਉਹ ਘਰਾਂ 'ਚ ਹੀ ਬੈਠੇ ਰਹੇ, ਵੋਟਾਂ ਨਹੀਂ ਪਾਉਣ ਗਏ। ਸੋ ਅਲਟੀਮੇਟਲੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿੱਤ ਹੋ ਗਈ। ਜੀ ਬਿਲਕੁਲ। ਇਕੱਲਾ ਇਹੀ ਨਹੀਂ, ਹਰਜੋਤ ਸਿੰਘ ਜੀ ਉਹਨਾਂ ਦਾ ਕੈਂਪੇਨ ਹੀ ਬਹੁਤ ਮਾੜਾ ਸੀਗਾ। ਬਹੁਤ ਸਾਰੀਆਂ ਸਵਿੰਗ ਸਟੇਟਸ ਦੇ ਵਿੱਚ ਹਿਲਰੀ ਕਲਿੰਟਨ ਗਈ ਨਹੀਂ, ਉਹ ਟੇਕਨ ਫਾਰ ਗ੍ਰਾਂਟਿਡ ਉਹਨਾਂ ਨੇ ਸਾਰੀਆਂ ਉਹ ਸਟੇਟਾਂ ਨੂੰ ਲਿਆ, ਅਤੇ ਰਾਸ਼ਟਰਪਤੀ ਟਰੰਪ ਉੱਥੇ ਜਾ ਕੇ ਉਹਨਾਂ ਨੂੰ ਭਰੋਸੇ ਦਵਾ ਕੇ ਆਏ। ਉਸ ਟਾਈਮ ਦੇ ਉੱਤੇ ਕੈਂਡੀਡੇਟ ਟਰੰਪ ਭਰੋਸਾ ਦਵਾ ਕੇ ਆਏ ਵੀ ਹਾਂ ਜੀ ਅਸੀਂ ਤੁਹਾਡੀਆਂ ਜੋਬਾਂ ਵੀ ਬਚਾਵਾਂਗੇ, ਕੋਲ ਇੰਡਸਟਰੀ ਨੂੰ ਵੀ ਬਚਾਵਾਂਗੇ, ਮੈਨੂਫੈਕਚਰਿੰਗ ਵੀ ਬਚਾਵਾਂਗੇ। ਲੋਕ ਉਹੀ ਉੱਥੇ ਸੁਣਨਾ ਚਾਹੁੰਦੇ ਸੀਗੇ, ਅਤੇ ਉਹ ਜਿਹੜੀਆਂ ਚੀਜ਼ਾਂ ਦਾ ਅਸਰ ਵੀ ਰਿਹਾ। ਅੱਜ ਦੇ ਦਿਨ ਕਹਿੰਦੇ ਵੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ, ਹਾਊਸ ਸਪੀਕਰ ਨੈਂਸੀ ਪਲੋਸੀ, ਸੈਨੇਟਰ ਐਲਿਜ਼ਾਬੈਥ ਵਾਰਨ ਜਿਹੜੀ ਆ ਉਹ ਵੀ ਜਿਹੜੇ ਆ ਉਹ ਸੰਬੋਧਨ ਕਰਨਗੇ। ਅਤੇ ਅੱਜ ਜਿਹੜੀ ਸੈਨੇਟਰ ਕਮਲਾ ਹੈਰਿਸ ਆ ਉਸ ਨੂੰ ਜਿਹੜਾ ਆ ਉਹ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਵਜੋਂ ਨੋਮੀਨੇਟ ਕਰਕੇ
ਜਿਹੜਾ ਉਹ ਫਿਰ ਕਹਿੰਦੇ ਆਪਣੀ ਅਸੈਪਟੈਂਸ ਸਪੀਚ ਜਿਹੜੀ ਆ ਉੱਥੇ ਦੇਣਗੇ। ਸੋ ਇਹ ਪੂਰਾ ਕੋਰੀਓਗ੍ਰਾਫਟ ਹੁੰਦੀਆਂ ਹੈ ਇਹ ਸਾਰੀਆਂ ਚੀਜ਼ਾਂ, ਕਿੰਨਾ ਕੀ ਬੋਲਣਾ ਹੈ, ਕਿਵੇਂ ਕਿਵੇਂ ਬੋਲਣਾ ਹੈ। ਪੂਰੀ ਡੈਮੋਕ੍ਰੇਟ ਜਿਹੜੀ ਨੈਸ਼ਨਲ ਕਮੇਟੀ ਹੁੰਦੀ ਆ ਉਹਨਾਂ ਦੇ ਥਰੂ ਸਾਰਾ ਹੋ ਕੇ ਜਾਣਾ ਹੈ। ਸੇਮ ਥਿੰਗ ਜਿਹੜੀ ਆਪਾਂ ਆਉਣ ਅਗਲੇ ਹਫਤੇ ਦੇ ਵਿੱਚ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਹੋਣੀ ਆ ਉਸ ਦੇ ਵਿੱਚ ਦੇਖਣ ਨੂੰ ਜਿਹੜੀ ਉਹ ਮਿਲੂਗੀ। ਉੱਥੇ ਵੀ ਪੂਰਾ ਸਟਾਰ ਸਟੱਡਡ ਜਿਹੜਾ ਕਹਿੰਦੇ ਹੁੰਦੇ ਵੀ ਵੱਡੇ ਵੱਡੇ ਸਟਾਰ ਅਤੇ ਵੱਡੇ ਵੱਡੇ ਲੀਡਰ ਜਿਹੜੇ ਆ ਉੱਥੇ ਪਹੁੰਚਣਗੇ। ਆਪੋ ਆਪਣੀ ਪਾਰਟੀ ਦੇ ਜਿਹੜੇ ਮੁੱਖ ਨੁਮਾਇੰਦੇ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਕਰਨਗੇ। ਕੱਲ੍ਹ ਜਿਹੜਾ ਹਰਜੋਤ ਸਿੰਘ ਜੀ ਇੱਥੇ ਕਈ ਅਜਿਹੇ ਲੋਕ ਵੀ ਜਿਹੜੇ ਉਹਨਾਂ ਨੂੰ ਬੁਲਵਾਇਆ ਗਿਆ ਸੀਗਾ ਜਦੋਂ ਰੋਲ ਕਾਲ ਜਿਹੜੀ ਉਹ ਹੋਈ ਸੀਗੀ, ਜਿਹੜੇ ਗਨ ਵਾਇਲੈਂਸ ਦੇ ਸ਼ਿਕਾਰ ਸੀ ਉਹ ਵੀ ਉਸ ਦੇ ਵਿੱਚ ਬੋਲ ਰਹੇ ਸੀਗੇ। ਕੋਵਿਡ-19 ਦੇ ਕਰਕੇ ਇੱਕ ਬਜ਼ੁਰਗ ਦੀ ਜਿਹੜੀ ਮੌਤ ਹੋਈ ਸੀ, ਜਿਸ ਦੀ ਕੁੜੀ ਨੇ ਇੱਕ ਓਬੀਚੁਰੀ ਲਿਖੀ ਸੀ ਜਿਸ ਦੇ ਵਿੱਚ ਉਹਨੇ ਡਾਇਰੈਕਟ ਇਲਜ਼ਾਮ ਜਿਹੜੇ ਰਾਸ਼ਟਰਪਤੀ ਟਰੰਪ ਦੇ ਉੱਤੇ ਦੋਸ਼ ਜਿਹੜੇ ਉਹ ਲਾਏ ਸੀਗੇ, ਉਸ ਨੂੰ ਵੀ ਜਿਹੜਾ ਕਹਿੰਦੇ ਉੱਥੇ ਬੁਲਾਇਆ ਗਿਆ ਸੀਗਾ। ਸੋ ਇਹ ਇੱਕ ਦੂਜੇ ਨੂੰ, ਦੂਜੀ ਪਾਰਟੀ ਨੂੰ, ਦੂਜੇ ਕੈਂਡੀਡੇਟ ਨੂੰ, ਆਪੋਜੀਸ਼ਨ ਨੂੰ ਜਿਹੜਾ ਇਹ ਨੀਵਾਂ ਦਿਖਾਉਣ ਦਾ ਅਤੇ ਆਪਣੇ ਬੰਦੇ ਨੂੰ ਜਿਹੜਾ ਆਪਣੇ ਪਾਰਟੀ ਦੇ ਨੋਮੀਨੀ ਨੂੰ ਜਿਹੜਾ ਉੱਤੇ ਚੱਕਣ ਦਾ ਇੱਕ ਕਨਵੈਨਸ਼ਨਾਂ ਜਿਹੜੀਆਂ ਉਹ ਹੁੰਦੀਆਂ ਨੇ। ਅਤੇ ਹੁਣ ਇਹ ਕਨਵੈਨਸ਼ਨਾਂ ਤੋਂ ਬਾਅਦ ਦੇ ਵਿੱਚ ਜਿਹੜੀ ਅਸਲੀ ਜਿਹੜੀ ਦੌੜ ਆ ਉਹ ਫਿਰ ਵਾਈਟ ਹਾਊਸ ਤੱਕ ਜਿਹੜੀ ਉਹ ਸ਼ੁਰੂ ਹੋ ਜਾਵੇਗੀ। ਸੋ ਇਸੇ ਤਰ੍ਹਾਂ ਜਿਹੜੇ ਜੌਨ ਮਕੇਨ ਆ ਉਹਨਾਂ ਦੀ ਜਿਹੜੀ ਵਿਡੋ ਆ ਉਸ ਨੇ ਵੀ ਜਿਹੜੀ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਲਿਆ। ਸਿੰਡੀ ਮਕੇਨ ਉਹ ਵੀ ਜਿਹੜੀ ਆ ਉਸ ਨੇ ਆਪਣਾ ਥੋੜ੍ਹੇ ਮਿੰਟ ਜਿਹੜਾ ਐਡਰੈਸ ਕੀਤਾ। ਅਤੇ ਇਹ USA ਦੀ ਗੱਲ ਕਰਦੇ ਜਾਈਏ, ਜਿਹੜੀ ਪੋਲੀਟਿਕਸ ਆ ਇਹ ਵੀ ਜਿੱਦਾਂ ਹੁਣ ਆਪਾਂ ਇੰਡੀਆ ਜੇ ਦੇਖਦੇ ਜਾਈਏ ਬਹੁਤ ਡਿਫਰੈਂਟ ਹੁੰਦੀ ਜਾ ਰਹੀ ਆ। ਜਿਹੜੇ ਰਾਈਟ ਸਾਈਡ ਵਾਲੇ ਆ ਟੋਟਲੀ ਰਾਈਟ ਵੱਲ ਨੂੰ ਜਾ ਰਹੇ ਆ, ਲੈਫਟ ਵਾਲੇ ਜਿਹੜੇ ਆ ਉਹ ਟੋਟਲੀ ਲੈਫਟ ਵੱਲ ਨੂੰ ਲੀਨ ਕਰ ਰਹੇ ਆ। ਸੋ ਅੱਜ ਫਲੋਰੀਡਾ ਤੋਂ ਇਹ ਖਬਰ ਆ ਰਹੀ ਆ, ਉੱਥੇ ਰਾਈਟ ਵਿੰਗ ਐਕਟਿਵਿਸਟ ਲੌਰਾ ਲੂਮਰ ਕਰਕੇ ਇੱਕ ਬੀਬੀ ਹੈਗੀ ਆ, ਬਹੁਤ ਹੀ ਫਾਇਰ ਬ੍ਰਾਂਡ ਆ ਜਿੱਦਾਂ ਦੇ ਉੱਥੇ ਆਪਾਂ ਇੰਡੀਆ 'ਚ ਸੁਣਦੇ ਹੀ ਹੁੰਦੇ ਆ BJP ਵਾਲੇ ਜਾਂ ਸ਼ਿਵ ਸੈਨਾ ਵਾਲੇ। ਸੋ ਉੱਦਾਂ ਦੀ ਬੀਬੀ ਆ ਜਿਹਨੂੰ ਸੋਸ਼ਲ ਮੀਡੀਆ ਦੇ ਲਗਭਗ ਹਰ ਇੱਕ ਜਿਹੜੀ ਕੰਪਨੀਆਂ ਉਹਨਾਂ ਨੇ ਬੈਨ ਕੀਤਾ ਹੋਇਆ। ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਨੇ ਉਹਨੂੰ ਬੈਨ ਕੀਤਾ ਆ। ਇਸੇ ਤਰ੍ਹਾਂ GoFundMe ਜਿਹੜੇ ਹੈਗੇ ਆ, ਪਰ ਉਹ ਫਲੋਰੀਡਾ ਦੇ ਵਿੱਚ ਆਪਣੀ ਪ੍ਰਾਇਮਰੀ ਜਿਹੜੀ ਆ ਰੇਸ GOP ਵੱਲੋਂ ਉਹ ਜਿੱਤ ਗਈ ਹੈਗੀ ਆ। 27 ਸਾਲਾਂ ਦੀ ਆ ਅਤੇ 42% ਉਹਨੂੰ ਵੋਟਸ ਪਈਆਂ ਹੈਗੀਆਂ। ਹੁਣ ਨਵੰਬਰ ਦੇ ਵਿੱਚ ਉਸ ਨੂੰ ਫੇਸ ਕਰਨਾ ਪਊਗਾ ਜਿਹੜਾ 4 ਟਰਮਸ ਤੋਂ ਇੱਕ ਕਾਂਗਰਸਮੈਨ ਹੈਗਾ। ਲਾਸਟ ਟਾਈਮ ਉਸ ਨੇ 60% ਵੋਟਾਂ ਜਿਹੜੀਆਂ ਲਈਆਂ ਸੀਆਂ ਡੈਮੋਕ੍ਰੇਟਿਕ ਪਾਰਟੀ ਦਾ। ਸੋ ਉਹਨੂੰ ਇਹ ਫੇਸ ਕਰੂਗੀ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ, ਕਹਿੰਦੇ ਵੀ ਇਕੱਲਾ ਫੇਸਬੁੱਕ, ਟਵਿੱਟਰ ਅਤੇ YouTube ਨੇ, ਅਤੇ ਲੂਮਰ ਨੂੰ CPAC, GoFundMe, Burmo, MGM ਰਿਜ਼ੋਰਟਸ, PayPal, ਲਿਫਟ, Uber Eats ਸਾਰਿਆਂ ਨੇ ਬੈਨ ਕੀਤਾ ਹੋਇਆ ਆ। ਜੀ ਦੇਖੋ ਵੀ ਪਤਾ ਨਹੀਂ ਕਮਾਲ ਦੀ ਗੱਲ ਆ। ਫਿਰ ਵੀ ਜਿਹੜੀ ਆ ਉਹ ਉੱਥੇ ਇਲੈਕਸ਼ਨ ਜਿਹੜੀ ਉਹ ਜਿੱਤ ਰਹੀ ਆ। ਇੱਥੋਂ ਲੋਕਾਂ ਦੀ ਸੋਚ ਦਾ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਪਤਾ ਲੱਗਦਾ ਰਹਿੰਦਾ ਆ। ਅੰਤਰਰਾਸ਼ਟਰੀ ਜਿਹੜਾ ਮੁੱਦਾ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ, ਬੈਲਾਰੂਸ ਦੀਆਂ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਉੱਥੇ ਦਾ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਲੁਕਾਸ਼ੈਂਕੋ, ਉਹਨੇ ਕਹਿੰਦੇ ਹੁਣ ਪੁਲਿਸ ਨੂੰ ਆਰਡਰ ਕੀਤੇ, ਆਦੇਸ਼ ਦਿੱਤੇ ਆ ਵੀ ਜਿਹੜੇ ਪ੍ਰੋਟੈਸਟਰਸ ਆ ਲੱਖਾਂ ਦੀ ਸੰਖਿਆ ਦੇ ਵਿੱਚ ਬੈਲਾਰੂਸ ਦੀ ਰਾਜਧਾਨੀ ਮਿੰਸਕ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਉੱਥੋਂ ਹੁਣ ਖਦੇੜਨ। ਇਸ ਟਾਈਮ ਕਹਿੰਦੇ ਵੀ ਇਸ ਦੇ ਕਰਕੇ ਜਿਹੜਾ ਤਣਾਅ ਆ ਹੋਰ ਵੀ ਜ਼ਿਆਦਾ ਜਿਹੜਾ ਉਹ ਵਧਿਆ ਹੈਗਾ ਆ। ਸੋ 1.5 ਹਫ਼ਤੇ ਤੋਂ ਲਗਾਤਾਰ ਕਹਿੰਦੇ ਵੱਧ ਹੋ ਗਿਆ ਵੀ ਉੱਥੇ ਡੈਮੋਸਟ੍ਰੇਸ਼ਨਸ ਜਿਹੜੀਆਂ ਆ ਇਸ ਦੇ ਕਾਰਜਕਾਲ ਅਤੇ ਇਸ ਦੇ ਰੂਲ ਦੇ ਅਗੇਂਸਟ ਚੱਲ ਰਹੀਆਂ। 26 ਸਾਲਾਂ ਤੋਂ ਲਗਾਤਾਰ ਇਹ ਉੱਥੇ ਰਾਸ਼ਟਰਪਤੀ ਦਾ ਅਹੁਦੇ ਦੇ ਉੱਤੇ ਬੈਠਿਆ ਹੋਇਆ ਆ ਅਤੇ ਇਸ ਦਾ ਸਭ ਤੋਂ ਨਜ਼ਦੀਕੀ ਮਿੱਤਰ ਜਿਹੜਾ ਆ ਉਹ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੈਗਾ ਆ, ਜਿਸ ਨੇ ਆਪਣੀ ਵੀ ਉੱਥੇ ਫੌਜੀਆਂ ਜਿਹੜੀ ਪੁਲਿਸ ਆ ਉਹ ਘੱਲਣ ਦੀ ਸਿਫਾਰਿਸ਼ ਇਸ ਨੂੰ ਕੀਤੀ ਸੀਗੀ। ਇਹ ਕਿਹਾ ਜਾ ਰਿਹਾ, ਬਹੁਤ ਸਾਰੇ ਜਿਹੜੇ ਸਿਆਸੀ ਪੰਡਿਤ ਨੇ ਉਹ ਕਿਹਾ ਜਾ ਰਿਹਾ ਵੀ ਇਸ ਪ੍ਰੈਜ਼ੀਡੈਂਟ ਦਾ ਹੁਣ ਅਲੈਗਜ਼ੈਂਡਰ ਲੁਕਾਸ਼ੈਂਕੋ ਦਾ ਸਮਾਂ ਇਹ ਹੁਣ ਸਮਾਪਤ ਆ, ਇਹ ਆਪਣੇ ਅਹੁਦੇ ਤੋਂ ਜਾਊਗਾ ਅਤੇ ਇਹਦੀ ਥਾਂ ਦੇ ਉੱਤੇ ਕੋਈ ਹੋਰ ਜਿਹੜਾ ਕ੍ਰੈਮਲਿਨ ਦਾ ਨਜ਼ਦੀਕੀ ਆ ਉਸ ਨੂੰ ਲੈ ਕੇ ਆਉਣਗੇ, ਕਿਉਂਕਿ ਪੁਤਿਨ ਜਿਹੜਾ ਉਹ ਨਹੀਂ ਚਾਹੁੰਦਾ ਵੀ ਬੈਲਾਰੂਸ ਜਿਹੜਾ ਉਸ ਦੇ ਸ਼ਿਕੰਜੇ 'ਚੋਂ ਕਿਤੇ ਨਾ ਕਿਤੇ ਜਿਹੜਾ ਉਹ ਬਾਹਰ ਜਾਵੇ। ਸੋਵੀਅਤ ਸੰਘ ਦੇ ਜਿਹੜੇ ਆ ਪਾੜੇ ਤੋਂ ਬਾਅਦ ਦੇ ਵਿੱਚ ਬੈਲਾਰੂਸ ਹੀ ਇੱਕ ਮੁਲਕ ਜਿਹੜਾ ਆ ਉਸ ਦੇ ਵਿੱਚੋਂ ਨਿਕਲਿਆ ਸੀ। ਇਸੇ ਦੌਰਾਨ ਇਹ ਅਨਰੈਸਟ ਦੇ ਚੱਲਦਿਆਂ ਜਿਹੜਾ ਤਣਾਅ ਬਣਿਆ ਹੋਇਆ ਬੈਲਾਰੂਸ ਦੇ ਵਿੱਚ, ਯੂਰਪੀਅਨ ਸੰਘ ਦੇ ਦੁਆਰਾ ਜਿਹੜੀ ਐਮਰਜੈਂਸੀ ਦੇ ਵਿੱਚ ਜਿਹੜੀ ਉਹ ਸਬਮਿਟ ਕੀਤੀ ਗਈ ਆ। ਇਸ ਦੇ ਨਾਲ ਉਹਨਾਂ ਨੇ ਕਈ ਤਰੀਕੇ ਦੀਆਂ ਜਿਹੜੀਆਂ ਆਰਥਿਕ ਰੋਕਾਂ, ਫਾਈਨੈਂਸ਼ੀਅਲ ਸੈਂਕਸ਼ਨਸ ਜਿਹੜੀਆਂ ਆ ਇਹਨਾਂ ਦੇ ਅਫੀਸ਼ੀਅਲਸ ਦੇ ਉੱਤੇ ਜਿਹੜੀਆਂ ਉਹ ਲਾਈਆਂ ਹੈਗੀਆਂ ਆ।
ਕਹਿੰਦੇ ਵੀ ਸਾਡਾ ਮੈਸੇਜ ਕਲੀਅਰ ਆ। ਯੂਰਪੀਅਨ ਸੰਘ ਦੀ ਜਿਹੜੀ ਸਮਿਟ ਦੇ ਚੇਅਰਮੈਨ ਸੀਗੇ ਚਾਰਲਸ ਮਾਈਕਲ, ਉਹਨਾਂ ਨੇ ਕਿਹਾ ਵੀ ਸਾਡਾ ਮੈਸੇਜ ਕਲੀਅਰ ਆ ਵੀ ਇੱਥੇ ਜਿਹੜੀ ਵਾਇਲੈਂਸ ਆ ਉਸ ਨੂੰ ਜਿਹੜਾ ਉਹ ਸਮਾਪਤ ਕੀਤਾ ਜਾਵੇ। ਉਹ ਵੀ ਜਿਹੜੀ ਪੁਲਿਸ ਆ ਉਸ ਦਾ ਸਹਾਰਾ ਲੈ ਕੇ ਉੱਥੋਂ ਦੀ ਦਾ ਬੈਲਾਰੂਸ ਦਾ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਨੂੰ ਉੱਥੋਂ ਖਦੇੜ ਰਿਹਾ ਆ, ਉਹਨਾਂ ਦੇ ਉੱਤੇ ਮਾਰਕੁੱਟ ਜਿਹੜੀ ਉਹ ਕਰ ਰਿਹਾ ਆ। ਅਤੇ ਰਿਪੋਰਟਾਂ ਦੇ ਮੁਤਾਬਕ ਕਈ ਲੋਕ ਕੁਛ ਕੁ ਲੋਕਾਂ ਦੀ ਜਿਹੜੀ ਆ ਉਹ ਮੌਤ ਦੀ ਖਬਰ ਵੀ ਜਿਹੜੀ ਉਹ ਆ ਰਹੀ ਆ ਇਹਨਾਂ ਪ੍ਰੋਟੈਸਟ ਦੇ ਦੌਰਾਨ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਗੋਲਡਨ ਸਟੇਟ ਕਿਲਰ ਕਰਕੇ ਇੱਕ ਬੰਦਾ ਜਾਣਿਆ ਜਾਂਦਾ, ਸੋ ਉਹਦੇ ਜਿਹੜੇ ਬਹੁਤ ਸਾਰੇ ਵਿਕਟਮ ਸੀ ਜਾਂ ਵਿਕਟਮਸ ਦੇ ਜਿਹੜੇ ਰਿਸ਼ਤੇਦਾਰ ਸੀ, ਉਹਨਾਂ ਨੇ ਕੋਰਟ ਦੇ ਵਿੱਚ ਐਡਰੈਸ ਕੀਤਾ ਵੀ ਕਿਸ ਤਰ੍ਹਾਂ ਇਸ ਬੰਦੇ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਖਰਾਬ ਕੀਤੀ ਹੈਗੀ ਆ। ਡੀਐਂਜਲੀਓ ਜਿਸ ਨੇ 50 ਤੋਂ ਵੱਧ ਲੇਡੀਜ਼ ਦਾ ਜਿਹੜਾ ਹੈਗਾ ਆ ਰੇਪ ਕੀਤਾ, 13 ਤੋਂ ਵੱਧ ਜਿਹੜੀਆਂ ਲੇਡੀਜ਼ ਆ ਉਹਨਾਂ ਦਾ ਮਰਡਰ ਕੀਤਾ ਹੈਗਾ 1970 ਤੋਂ ਲੈ ਕੇ 1980ਵੀਆਂ ਤੱਕ। ਅਤੇ ਸੋ ਪਿੱਛੇ ਜਿਹੇ ਇਸ ਨੇ ਕਨਫੈਸ ਕੀਤਾ ਸੀ ਵੀ ਹਾਂ ਇਹ ਮੈਂ ਸਾਰਾ ਕੁਛ ਇਕੱਲੇ ਦਾ ਨਾਂ ਲੈ ਕੇ ਜਿਹੜਾ ਆ ਇਹ ਕੀਤਾ ਹੈਗਾ। ਉਹਦੇ ਸੰਬੰਧ ਦੇ ਵਿੱਚ ਜਿਹੜੀ ਕੋਰਟ ਦੇ ਵਿੱਚ ਉਹਦੀ ਜਿਹੜੀ ਹੀਅਰਿੰਗ ਚੱਲਦੀ ਹੈਗੀ ਆ। ਕਿੰਨੇ ਸਾਲ ਹੋ ਗਏ, 40 ਸਾਲਾਂ ਬਾਅਦ ਜਾ ਕੇ ਦੇਖੋ ਇਹ ਜਿਹੜਾ ਜਸਟਿਸ ਆ, ਜਿਹੜੇ ਲੋਕਾਂ ਦੇ ਨਾਲ ਇੰਨਾ ਧੱਕਾ ਹੋਇਆ, ਇੰਨੇ ਦੇਖੋ ਵੀ 50 ਬੀਬੀਆਂ ਦਾ ਰੇਪ ਅਤੇ 13 ਜਣਿਆਂ ਦਾ ਕਤਲ, ਉਹ ਵੀ ਉਸ ਟਾਈਮ 'ਤੇ ਉਹ ਪੁਲਿਸ ਦੀ ਜੌਬ ਕਰਦਾ ਹੁੰਦਾ ਸੀ। ਦੇਖੋ ਪੁਲਿਸ ਦੇ ਕੱਪੜਿਆਂ ਦੀ ਆੜ ਦੇ ਵਿੱਚ। ਸੋ ਇਹ ਜਿਹੜੇ ਗੰਦੇ ਪੁਲਿਸ ਵਾਲੇ ਜਿਹੜੇ ਉਹ ਹੁੰਦੇ ਹੀ ਆ, ਆਪਾਂ ਦੇਖ ਹੀ ਰਹੇ ਹਾਂ ਵੀ ਕਿੰਨੇ ਜਿਹੜੇ ਆ ਉਹ ਨਿਕਲ ਰਹੇ ਆ। ਨੋ ਡਾਊਟ ਇੱਦਾਂ ਦੇ ਜਿਹੜੇ ਲੋਕ ਹੁੰਦੇ ਆ ਬਹੁਤੇ ਚੰਗੇ ਹੁੰਦੇ ਆ, ਪਰ ਜਿਹੜੇ ਚੰਗੇ ਕਈ ਵਾਰੀ ਉਹਨਾਂ ਨੂੰ ਬਚਾ ਜਾਂਦੇ ਆ ਨਾ, ਉਦੋਂ ਕੰਮ ਖਰਾਬ ਜਿਹੜਾ ਹੁੰਦਾ ਇਹਨਾਂ ਨੂੰ ਸਮੇਂ ਰਹਿੰਦੇ ਹੋਏ ਜਿਹੜੇ ਆ ਉਹ ਬਾਹਰ ਕਰ ਦੇਣਾ ਚਾਹੀਦਾ। ਚੰਗਾ ਹੋਇਆ ਵੀ ਇਹ ਫੜਿਆ ਗਿਆ, ਨਹੀਂ ਤਾਂ ਇਹਨੇ ਪਤਾ ਨਹੀਂ ਹੋਰ ਕਿੰਨੇ ਕੁਕਰਮ ਅਤੇ ਕੀ ਇਹਨੇ ਕਾਤਲ ਜਿਹੜੇ ਕਿੰਨੇ ਹੋਰ ਜਿਹੜੇ ਕਤਲ ਆ ਉਹ ਕਰਨੇ ਸੀਗੇ। ਸੋ ਦੇਖੋ ਕਹਿੰਦੇ ਵੀ ਉਹਨੂੰ ਡੈਥ ਪੈਨਲਟੀ ਨਹੀਂ ਮਿਲਣੀ ਹੈਗੀ, ਪਰ 11 ਉਹਨੂੰ ਜਿਹੜੀਆਂ ਟਰਮਸ, ਲਾਈਫ ਟਰਮਸ ਵਿਦਆਊਟ ਪਰੋਲ ਤੇ ਜੇਲ੍ਹ ਦੇ ਵਿੱਚ ਹੀ ਮੌਤ ਹੋਣੀ ਹੈ ਇਸਦੀ ਹੁਣ ਵੀ, ਉਹਦੇ ਜੋ ਵੀ ਹੋਊਗਾ ਉੱਥੇ। ਅਗਲੀ ਜਿਹੜੀ ਹਰਜੋਤਨ ਜੀ ਗੱਲ ਕਰਦੇ ਜਾਈਏ, LA ਕਾਊਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਆਈਸ ਦੀਆਂ ਟਰਾਂਸਫਰਸ ਆ ਉਹਨਾਂ ਉੱਤੇ ਪਰਮਾਨੈਂਟ ਬੈਨ ਕਹਿੰਦੇ ਆ ਉਹ ਲਗਾ ਦਿੱਤਾ ਹੈਗਾ ਆ। ਇਹ ਪਾਲਿਸੀ ਪਹਿਲੋਂ ਕਹਿੰਦੇ ਆ ਆਰਜੀ ਤੌਰ ਦੇ ਉੱਤੇ ਅਪ੍ਰੈਲ ਦੇ ਵਿੱਚ ਲਾਈ ਗਈ ਸੀ ਕਰੋਨਾ ਵਾਇਰਸ ਪੈਂਡੈਮਿਕ ਦੇ ਚੱਲਦਿਆਂ, ਅਤੇ ਹੁਣ ਕੈਲੀਫੋਰਨੀਆ ਦੇ ਸ਼ੈਰਿਫ ਆਫਿਸ ਆ ਉਹਨਾਂ ਨੇ ਪੱਕਿਆਂ ਤੌਰ ਦੇ ਉੱਤੇ ਇਹਨਾਂ ਟਰਾਂਸਫਰਸ ਨੂੰ ਰੋਕ ਦਿੱਤਾ ਆ ਵੀ ਉਹਨਾਂ ਨੇ ਜਿਹੜੇ ਇਨਮੇਟਸ ਆ ਉਹ ਆਈਸ ਦੇ ਏਜੰਟਸ ਨੂੰ ਹਵਾਲੇ ਜਿਹੜੇ ਆ ਉਹ ਨਹੀਂ ਕੀਤੇ ਜਾਇਆ ਕਰਨਗੇ। ਲਾਸ ਐਂਜਲਸ ਕਾਊਂਟੀ ਦੇ ਸ਼ੈਰਿਫ ਐਲੈਕਸ ਵਿਲਾਨੂਆ ਉਹਨਾਂ ਨੇ ਪੈਂਡੈਮਿਕ ਦੇ ਜਿਹੜੇ ਹਵਾਲੇ ਨੂੰ ਦਿੰਦੇ ਹੋਏ ਉਸ ਦਾ ਕਾਰਨ ਦੱਸਦੇ ਹੋਏ ਕਿਹਾ ਆ ਵੀ ਕਾਊਂਟੀ ਦੇ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟ ਕਮਿਊਨਿਟੀ ਜਿਹੜੀ ਆ ਉਹ ਇਸ ਟਾਈਮ ਡਰ ਦੇ ਮਾਹੌਲ ਦੇ ਵਿੱਚ ਜਿਹੜੀ ਉਹ ਰਹਿ ਰਹੀ ਆ। ਡੈਪੂਟੇਸ਼ਨਸ ਦਾ ਉਹਨਾਂ ਦੇ ਉੱਤੇ ਖਤਰਾ ਆ, ਜਿਸ ਕਰਕੇ ਕਈ ਕਹਿੰਦੇ ਕ੍ਰਿਮੀਨਲ ਇਨਵੈਸਟੀਗੇਸ਼ਨਸ ਆ ਉਸ ਦੇ ਵਿੱਚ ਅੜਚਨ ਜਿਹੜੀ ਆ ਉਹ ਆ ਰਹੀ ਆ। ਸੋ ਕਹਿੰਦੇ ਵੀ ਪਬਲਿਕ ਸੇਫਟੀ ਨੂੰ ਮੁੱਖ ਰੱਖਦੇ ਹੋਏ ਜਿਹੜੇ ਅਨਡਾਕੂਮੈਂਟਡ ਇਮੀਗਰੈਂਟਸ ਆ ਉਹਨਾਂ ਦੀਆਂ ਜਿਹੜੀਆਂ ਟਰਾਂਸਫਰਸ ਆ ਉਹ ਆਈਸ ਨੂੰ ਨਹੀਂ ਕੀਤੀਆਂ ਜਾਣਗੀਆਂ, ਤਾਂ ਜੋ ਜਿਹੜੀਆਂ ਹੋਰ ਕ੍ਰਾਈਮਸ ਹੋਏ ਆ ਇਹਨਾਂ ਦੇ ਸਹਾਰੇ ਦੇ ਨਾਲ, ਇਹਨਾਂ ਦੀ ਸਾਥ ਦੇ ਨਾਲ ਜਿਹੜੇ ਆ ਉਹ ਹੱਲ ਕੀਤੇ ਜਾ ਸਕਣ। ਅਤੇ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਵੀ ਬਹੁਤ ਸਾਰੀ ਡੈਪੂਟੇਸ਼ਨ ਅਤੇ ਪਰਿਵਾਰ ਦੇ ਜਿਹੜੇ ਤੋੜ ਵਿਛੋੜੇ ਦਾ ਡਰ ਵੀ ਜਿਹੜਾ ਆ ਉਹ ਉਸ ਦੇ ਡਰ ਦੇ ਕਰਕੇ ਹੀ ਇਹ ਜਿਹੜੀ ਪੁਲਿਸ ਦੀ ਮਦਦ ਆ ਉਹ ਫਿਰ ਨਹੀਂ ਕਰਦੇ ਹੈਗੇ। ਅਗਲੀ ਖਬਰ ਜਿਹੜੀ ਆ ਇੱਕ ਆਈਲੈਂਡ ਮਾਲੀ ਤੋਂ ਆ ਰਹੀ ਆ, ਜਿੱਥੇ ਕਿ ਇਸ ਕਹਿੰਦੇ ਵੀ ਕੋਪ ਹੋ ਗਿਆ। ਜਿਹੜੀ ਉੱਥੇ ਦੀ ਮਿਲਟਰੀ ਆ ਉਹਨਾਂ ਨੇ ਜਿਹੜਾ ਇੱਕ ਤਰ੍ਹਾਂ ਨਾਲ ਟੇਕ ਓਵਰ ਕਰ ਲਿਆ। ਉੱਥੇ ਦੇ ਪ੍ਰੈਜ਼ੀਡੈਂਟ ਇਬਰਾਹਿਮ ਜਿਹੜੇ ਕੈਲਟਾ ਅਤੇ ਇਹਨਾਂ ਨੇ ਜਿਹੜਾ ਪ੍ਰਾਈਮ ਮਿਨਿਸਟਰ ਹੈਗੇ ਆ ਦੋਨਾਂ ਨੇ ਰਿਜ਼ਾਈਨ ਕਰ ਦਿੱਤਾ। ਅਤੇ ਹੁਣ US ਨੂੰ ਵੀ ਜਿਹੜਾ ਇਹਦਾ ਫਿਕਰ ਲੱਗਾ ਹੋਇਆ, ਕਿਉਂਕਿ ਉਹ ਕੂਪ ਕਰਨ ਵਾਲਿਆਂ ਦੇ ਵਿੱਚ ਕਈ ਕਹਿੰਦੇ ਇਸਲਾਮਿਸਟ ਜਿਹੜੇ ਬੰਦੇ ਹੈਗੇ ਆ। ਸੋ ਜਿਹੜੇ ਮੁਲਕ ਮਾਲੀ ਦੇ ਨਾਲ ਜਿਨ੍ਹਾਂ ਦੀ ਬਾਰਡਰ ਹੈ, ਸਟੇਟ ਬਾਰਡਰ ਲੱਗਦੇ ਹੈਗੇ ਆ, ਜਿਨ੍ਹਾਂ ਦੇ ਨਾਮ ਨਾਈਜਰ ਅਤੇ ਬਰਕੀਨਾ ਫਾਸੋ ਆ, ਉੱਥੇ ਵੀ ਕਹਿੰਦੇ ਪਹਿਲਾਂ ਇਸਲਾਮਿਸਟ ਗਰੁੱਪਸ ਨੇ ਜਿਹੜੀ ਕਾਫੀ ਪ੍ਰੈਜੈਂਸ ਆਪਣੀ ਕੀਤੀ ਹੋਈ ਆ। ਸੋ ਇਹ ਅਮਰੀਕਾ ਦੇ ਲਈ ਵੀ ਇੱਕ ਫਿਕਰ ਵਾਲੀ ਗੱਲ ਬਣੀ ਹੋਈ ਹੈਗੀ। ਜੀ ਬਿਲਕੁਲ, ਅਲਜੀਰੀਆ ਵੀ ਇਸ ਦੇ ਨਾਲ ਜਿਹੜਾ ਉਹ ਜੁੜਦਾ ਹੈ, ਅਤੇ ਫਿਰ ਅਲਜੀਰੀਆ ਬੇਸਿਕਲੀ ਗੇਟਵੇ ਬਣ ਜਾਂਦਾ ਆ ਜਿਹੜਾ ਫਿਰ ਯੂਰਪ ਨੂੰ, ਕਿਉਂਕਿ ਉਸ ਤੋਂ ਫਿਰ ਬਹੁਤ ਸਾਰੇ ਲੋਕ ਸਪੇਨ ਜਾਂ ਇਟਲੀ ਵੱਲ ਨੂੰ ਜਿਹੜੇ ਸਮੁੰਦਰ ਦੇ ਸਹਾਰੇ ਜਿਹੜਾ ਆ ਉਸ ਦੇ ਜਾਂਦੇ ਆ। ਅਤੇ ਬਿਲਕੁਲ ਚਿੰਤਾ ਜਿਹੜੀ ਇਸ ਟਾਈਮ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਤੇ ਜਿਹੜਾ ਫਰਾਂਸ ਦਾ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰੋਨ, ਉਹਨਾਂ ਨੇ ਵੀ ਜਿਹੜੀ ਆ ਉਹ ਜਤਾਈ ਆ। ਇਹਨਾਂ ਨੇ ਕੂਪ ਕਰਨ ਤੋਂ ਬਾਅਦ ਦੇ ਵਿੱਚ, ਤਖਤਾ ਪਲਟਣ ਤੋਂ ਬਾਅਦ ਦੇ ਵਿੱਚ
ਇਹ ਭਰੋਸਾ ਕਹਿੰਦੇ ਹੁਣ ਦੁਬਾਰੇ ਆ ਵੀ ਅਸੀਂ ਜਲਦੀ ਜਿਹੜੀਆਂ ਉੱਥੇ ਇਲੈਕਸ਼ਨ ਜਿਹੜੀਆਂ ਉਹ ਕਰਾਵਾਂਗੇ। ਇਹ ਤਾਂ ਹੁਣ ਸਭ ਨੂੰ ਹੀ ਪਤਾ ਹੈ ਵੀ ਉੱਥੇ ਇਲੈਕਸ਼ਨਾਂ ਜਿਹੜੀਆਂ ਜਦੋਂ ਧੱਕਾ ਇੱਦਾਂ ਬੰਦੂਕ ਦੇ ਨੋਕ ਦੇ ਉੱਤੇ ਜਦੋਂ ਚੱਕ ਲਿਆ ਉਹਨਾਂ ਨੇ ਸਾਰਿਆਂ ਨੂੰ, ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਵੀ ਜਿਹੜਾ ਛੱਡਿਆ ਨਹੀਂ, ਤੇ ਫਿਰ ਇਲੈਕਸ਼ਨਾਂ ਦਾ ਤਾਂ ਫਿਰ ਪਤਾ ਹੀ ਆ ਉੱਥੇ ਕੀ ਕੁਛ ਵਾਪਰੇਗਾ। ਸੋ ਬਿਲਕੁਲ ਜਿਹੜੀ ਫਰਾਂਸ ਦੀ ਇਹ ਕਲੋਨੀ ਰਹੀ ਆ ਜੀ ਮਾਲੀ ਜਿਹੜਾ, ਤੇ ਕਾਫੀ ਕਹਿੰਦੇ ਫਰਾਂਸ ਦੀ ਇਨਵੋਲਵਮੈਂਟ ਰਹਿੰਦੀ ਹੈਗੀ ਆ ਉੱਥੇ ਇਸ ਮੁਲਕ ਦੇ ਵਿੱਚ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਜਿਹੜੇ ਆਉਂਦੇ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਆਪਾਂ ਗੱਲਬਾਤ ਕਰਾਂਗੇ ਜੋ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਹਾਲਾਤ ਚੱਲ ਰਹੇ ਆ, ਸਟੇਟ ਆਫ ਐਮਰਜੈਂਸੀ ਚੱਲ ਰਹੀ ਆ, ਅੱਗਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਆ, ਕਿੱਥੇ ਕਿੱਥੇ ਕੀ ਕੁਛ ਜਿਹੜਾ ਉਹ ਚੱਲ ਰਿਹਾ, ਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਫਿਰ ਸਾਂਝੇ ਕਰਿਓ ਕਿ ਤੁਹਾਡੀ ਵੀ ਤਿਆਰੀ ਆ, ਕੀ ਜਿਹੜਾ ਇਸ ਦੇ ਕਰਕੇ ਕਹਿ ਲਓ ਵੀ ਜੀਵਨ ਦੇ ਉੱਤੇ ਜਿਹੜਾ ਉਹ ਤੁਹਾਡੇ ਦੇ ਉੱਤੇ ਵੀ ਜਿਹੜਾ ਅਸਰ ਹੋ ਸਕਦਾ ਆ। ਇਸ ਦੇ ਲਈ ਆਪਾਂ ਨੂੰ ਤਿਆਰ ਵੀ ਜਿਹੜਾ ਉਹ ਰਹਿਣਾ ਚਾਹੀਦਾ। ਜ਼ਰੂਰ ਕੋਈ ਟਿਪਸ ਨੇ ਕੁਛ ਤੁਹਾਡੇ ਕੋਲ ਹੈਗੇ ਆ, ਕੋਈ ਹੋਮ ਓਨਰਸ ਦੇ ਦੁਆਰਾ ਜਾਂ ਕੋਈ ਰੈਂਟਰਸ ਦੇ ਦੁਆਰਾ, ਕਿਸੇ ਦੇ ਦੁਆਰਾ ਕੋਈ ਵੀ ਜਿਹੜੇ ਟਿਪਸ ਹੋਣ ਤਾਂ ਜ਼ਰੂਰ ਦੱਸੋ ਵੀ ਆਪੋ ਆਪਣੀਆਂ ਜਿਹੜੀ ਆ ਇਸ ਪ੍ਰਾਪਰਟੀ ਨੂੰ ਜਿੱਥੇ ਤੁਸੀਂ ਰਹਿ ਰਹੇ ਆ ਉਸ ਨੂੰ ਪਹਿਲਾਂ ਤੋਂ ਕਿੱਦਾਂ ਬਚਾਇਆ ਜਾ ਸਕਦਾ ਆ, ਜਾਂ ਜੇ ਮੂਵ ਹੋਣਾ ਤੁਹਾਨੂੰ ਐਮਰਜੈਂਸੀ ਕਰਦੇ, ਕਿਉਂਕਿ ਪਿਛਲੇ ਸਮੇਂ 'ਚ ਜਦੋਂ ਸੈਂਟਾ ਰੋਜ਼ਾ ਜਾਂ ਯੂਬਾ ਸਿਟੀ ਦੇ ਲਾਗੇ ਜਿਹੜੀਆਂ ਪੈਰਾਡਾਈਜ਼ ਟਾਊਨ ਦੇ ਵਿੱਚ ਅੱਗਾਂ ਲੱਗੀਆਂ ਸੀ, ਉਹਨਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਸੀ। ਕਈ ਬੰਦਿਆਂ ਤੇ ਤਾਂ ਉੱਥੋਂ ਭੱਜ ਹੀ ਨਹੀਂ ਹੋਇਆ, ਕਾਰਾਂ ਦੇ ਵਿੱਚ ਹੀ ਜਿਹੜੇ ਜਲ ਗਏ ਹੈ ਨਾ, ਕਿਉਂਕਿ ਕਈ ਸੀਨੀਅਰ ਸਿਟੀਜ਼ਨਸ ਉੱਥੇ ਰਹਿੰਦੇ ਸੀ। ਸੋ ਉਹਦੇ ਲਈ ਕਿੰਨੀ ਕੁ ਤਿਆਰੀ ਆ, ਜਾਂ ਆਪਣੀ ਕਮਿਊਨਿਟੀ ਨੇ ਫਿਰ ਇੱਕ ਵਾਰੀ ਜਿਹੜੇ ਸੇਵਾ ਕਰਦੇ ਹੈਗੇ ਵੱਖ-ਵੱਖ ਮੌਕਿਆਂ 'ਤੇ ਜਾ ਕੇ ਉਹ ਕਿੰਨੇ ਕੁ ਤਿਆਰ ਹੈਗੇ ਆ, ਜਿੱਥੇ ਜਿੱਥੇ ਜ਼ਰੂਰਤ ਹੈਗੀ ਆ, ਉਹ ਆਪਾਂ ਡਿਸਕਸ ਕਰਦੇ ਹਾਂ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ, ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ, ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ, ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ, ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ
ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 Timberlake Way Suite 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਹਰਜੋਤ ਸਿੰਘ ਜੀ, ਆਪਣੀਆਂ ਜਿਹੜੀਆਂ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਜੋ ਅੱਗਾਂ ਦੇ ਹਾਲਾਤ ਚੱਲ ਰਹੇ ਆ, ਉਸ ਦੀ ਅਪਡੇਟ ਤੋਂ ਪਹਿਲਾਂ ਇੱਕ ਜਿਹੜੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਲਿਵਿੰਗਸਟਨ ਤੋਂ ਸਾਨੂੰ ਜਿਹੜੀ ਕਾਲ ਇੱਕ ਆਈ ਸੀ, ਉਹ ਗੁਪਤ ਰਹਿ ਕੇ ਹੀ ਉਹਨਾਂ ਨੇ ਜਿਹੜੀ ਉਹ ਗੱਲ ਦੱਸੀ ਆ। ਉਹ ਦੱਸ ਰਹੇ ਸੀ ਵੀ ਉਹਨਾਂ ਦੇ ਹੀ ਪਰਿਵਾਰਕ ਮੈਂਬਰ ਦੀ ਹੁਣੇ ਇੱਕ ਹੋਰ ਜਿਹੜੀ ਫੋਸਟਰ ਫਾਰਮ ਦੇ ਵਿੱਚ ਜਿਹੜੇ ਕੰਮ ਕਰਦੇ ਸੀ, ਕਰੋਨਾ ਵਾਇਰਸ ਦੇ ਕਰਕੇ ਜਿਹੜੀ ਉਹ ਮੌਤ ਹੋਈ ਆ। ਪਹਿਲੋਂ ਕਹਿੰਦੇ ਵੀ ਜਿਹੜੀਆਂ 2 ਮੌਤਾਂ ਦੱਸੀਆਂ ਜਾ ਰਹੀਆਂ ਸੀ, ਉਹ ਜਿਹੜੇ ਮੈਕਸੀਕਨ ਮੂਲ ਦੇ ਲੋਕ ਹਿਸਪੈਨਿਕ ਜਿਹੜੇ ਆ ਉਹ ਸੀਗੇ, ਅਤੇ ਆਪਣੇ ਜਿਹੜੇ ਹੁਣ ਪੰਜਾਬੀ ਦੀ ਇੱਕ ਹੋਰ ਮੌਤ ਹੋਈ ਆ। ਅਤੇ ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਕਈ ਰਿਪੋਰਟਾਂ ਦੇ ਮੁਤਾਬਕ ਇਸ ਟਾਈਮ ਕੇਸਾਂ ਦੇ ਆંકੜੇ 300 ਤੋਂ ਉੱਤੇ ਪਾਰ ਹੋ ਗਏ ਆ, ਅਤੇ 7 ਮੌਤਾਂ ਜਿਹੜੀਆਂ ਆ ਇਸ ਫੋਸਟਰ ਫਾਰਮ ਫੈਸਿਲਿਟੀ ਜਿਹੜੀ ਲਿਵਿੰਗਸਟਨ ਦੇ ਵਿੱਚ ਹੈਗੀ ਆ ਉਸ ਦੇ ਨਾਲ ਜਿਹੜੀ ਜੁੜੀ ਹੋਈ ਦੱਸੀਆਂ ਜਾ ਰਹੀਆਂ ਨੇ। ਸੋ ਇਹ ਕਾਫੀ ਜਿਹੜੇ ਹਾਲਾਤ ਉੱਥੇ ਬਹੁਤ ਹੀ ਜ਼ਿਆਦਾ ਨਾਜ਼ੁਕ ਹੋ ਰਹੇ ਆ। ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਦੱਸਿਆ ਵੀ ਕਾਫੀ ਲੋਕ ਜਿਹੜੇ ਆ ਉਹ ਪ੍ਰੈਸ਼ਰ ਦਬਾਅ ਜਿਹੜਾ ਫੋਸਟਰ ਫਾਰਮ ਦੇ ਉੱਤੇ ਜਿਹੜੇ ਉਹ ਪਾ ਰਹੇ ਨੇ, ਪਰ ਉਸ ਦੇ ਬਾਵਜੂਦ ਜਿਹੜਾ ਉਹ ਉਸ ਪਲਾਂਟ ਨੂੰ ਜਿਹੜਾ ਉਹ ਬੰਦ ਨਹੀਂ ਕਰ ਰਹੇ, ਅਤੇ ਲੋਕਾਂ ਦੀ ਜਾਨ ਜਿਹੜੀ ਉਹ ਖਤਰੇ 'ਚ ਆ। ਕਹਿੰਦੇ ਬਹੁਤ ਸਾਰੇ ਲੋਕ ਹੁਣ ਕੰਮ ਦੇ ਉੱਤੇ ਜਾਣੋਂ ਇਨਕਾਰੀ ਹੋਏ ਨੇ, ਉਹਨਾਂ ਨੂੰ ਆਪਣੀ ਜਾਨ ਦਾ ਜਿਹੜਾ ਖਤਰਾ ਆ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲੱਗ ਰਿਹਾ ਹੈਗਾ ਆ। ਇਸ ਟਾਈਮ ਹਰਜੋਤ ਸਿੰਘ ਜੀ ਡਿਮਾਂਡ ਤਾਂ ਇਹੀ ਜਿਹੜੀ ਉੱਠ ਰਹੀ ਆ ਵੀ ਫੋਸਟਰ ਫਾਰਮ ਆ ਉਸ ਨੂੰ ਜਿਹੜਾ ਕੁਛ ਸਮੇਂ ਦੇ ਲਈ ਬੰਦ ਕਰਕੇ ਚੰਗੀ ਤਰ੍ਹਾਂ ਸੈਨੀਟਾਈਜ਼ ਕਰਕੇ ਅਤੇ ਮੈਨੇਜਮੈਂਟ ਦੇ ਵਿੱਚ ਬਦਲਾਵ ਤਬਦੀਲੀ ਜਿਹੜੀ ਆ ਉਹ ਵੀ ਹੋਣੀ ਚਾਹੀਦੀ ਆ, ਜਿਨ੍ਹਾਂ ਨੇ ਇਸ ਕਰੋਨਾ ਵਾਇਰਸ ਨੂੰ ਬਹੁਤ ਹੀ ਨਿਕੰਮੇ ਢੰਗ ਦੇ ਨਾਲ ਜਿਹੜਾ ਆ ਇੱਕ ਹਿਸਾਬ ਦੇ ਨਾਲ ਨਜਿੱਠਿਆ ਹੈਗਾ ਆ। ਤੁਸੀਂ ਦੇਖੋ ਵੀ 3700 ਇੰਪਲਾਈ ਆ ਉਹਨਾਂ ਦੇ, 3700 ਇੰਪਲਾਈ ਦੇ ਵਿੱਚੋਂ 300 ਇੰਪਲਾਈ ਆਲਰੇਡੀ ਪੋਜ਼ਿਟਿਵ ਆ ਗਏ ਆ। ਸੋ 9% ਦੇ ਕਰੀਬ ਆ। 7 ਜਣਿਆਂ ਦੀ ਮੌਤ ਹੋ ਚੁੱਕੀ, ਹਜੇ ਤੱਕ ਉਹ ਬੰਦ ਨਹੀਂ ਕਰ ਰਹੇ ਉਸ ਨੂੰ। ਸੋ ਤੁਸੀਂ ਇਹ ਨਾ ਸੋਚੋ ਵੀ ਜਿਹੜੇ ਇੰਪਲਾਈ ਆ ਉਹ ਇੰਨੇ ਬਿਮਾਰ ਆ, ਜਿਹੜੇ ਇੰਪਲਾਈ ਉਹ ਘਰਾਂ 'ਚ ਜਾਂਦੇ ਆ ਗਾਹਾਂ ਜਾ ਕੇ ਉਹਨਾਂ ਨੇ ਕਿੰਨੇ ਬਿਮਾਰ ਹੋਣਾ ਆ। ਇਕੱਲੇ ਸਿਟੀ ਆਫ ਲਿਵਿੰਗਸਟਨ 'ਚ ਆਪਾਂ ਦੱਸਿਆ ਸੀ ਵੀ ਹਰ 20 ਬੰਦੇ ਪਿੱਛੇ ਇੱਕ ਬੰਦਾ ਜਿਹੜਾ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਆ। ਸੋ ਉੱਥੇ ਦੇ ਮੇਅਰ ਨੇ ਕੱਲ੍ਹ ਸਾਡੇ ਨਾਲ ਇੰਟਰਵਿਊ ਵੀ ਕੀਤੀ ਸੀ।
ਅੱਜ ਫਿਰ ਉਹਨਾਂ ਨੇ ਇੱਕ ਟੀਵੀ ਚੈਨਲ ਤੇ ਦੱਸਿਆ ਵੀ ਮੈਨੂੰ 100 ਤੋਂ ਵੱਧ ਕਾਲਾਂ ਆਈਆਂ ਜਿਹੜੇ EMPLOYEE ਕੰਸਰਨ ਹੈਗੇ ਆ ਵੀ ਦੇਖੋ। ਕੰਪਨੀ ਉਹਨਾਂ ਦੀ ਕੋਈ ਦੇ ਪੁੱਛ ਡੋਂਟ ਗਿੱਛ ਕੇਅਰ ਨਹੀਂ। ਹਨਾ ਹੂੰ। ਕੁਛ ਕਰ ਨਹੀਂ ਰਹੀ। ਸੋ ਜਿੰਨੇ ਸਾਡੇ ਸਰੋਤੇ ਸੁਣਦੇ ਵੀ ਭਾਈ ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਕੰਮ ਕਰਦੇ ਉਹਨਾਂ ਨੂੰ ਕਹੋ ਵੀ ਨਾ ਜਾਓ ਹਨਾ। ਸਭ ਤੋਂ ਪਹਿਲਾਂ ਜ਼ਿੰਦਗੀ ਆ, ਦੂਜੇ ਨੰਬਰ ਤੇ ਜਿਹੜੀ ਉੱਥੇ ਦੀ ਲੋਕਲ ਕਮਿਊਨਿਟੀ ਆ ਉਹਨਾਂ ਨੂੰ ਬਾਈਕਾਟ ਦਾ ਕੁਛ ਨਾ ਕੁਛ ਕਰਨਾ ਚਾਹੀਦਾ, ਬਿਲਕੁਲ। ਰੌਲਾ ਪਾਉਣਾ ਚਾਹੀਦਾ ਵੀ ਭਾਈ ਇੱਥੇ ਜਿਹੜੇ EMPLOYEE ਕੰਮ ਕਰਦੇ ਉਹ ਸਾਡੇ ਰਿਸ਼ਤੇਦਾਰ ਆ, ਸਾਡੇ ਭੈਣ ਭਾਈ ਆ, ਜਦੋਂ ਘਰਾਂ ਜਾਣੇ ਹੋਰ ਬਿਮਾਰ ਹੋਊਗੇ ਹਨਾ। ਇਸ ਕੰਪਨੀ ਨੂੰ ਸ਼ਟ ਡਾਊਨ ਹੋਣਾ ਚਾਹੀਦਾ ਆ ਥੋੜੇ ਸਮੇਂ ਲਈ ਤਾਂ ਕਿ ਉਹਨੂੰ ਪੂਰਾ ਫਿਰ ਸੈਨੀਟਾਈਜ਼ ਕੀਤਾ ਜਾ ਸਕੇ ਹਨਾ। ਬਿਲਕੁਲ। ਤੇ ਬਦਲਾਵ ਚਾਹੀਦੇ, ਤਬਦੀਲੀਆਂ ਜਿਹੜੀਆਂ ਇਸ ਚੀਜ਼ ਦੇ ਵਿੱਚ ਜ਼ਰੂਰੀ ਚਾਹੀਦੀਆਂ ਨੇ ਤਾਂ ਜੋ ਜਿਹੜੇ ਲੋਕ ਆ ਉਹਨਾਂ ਦੀ ਬਿਹਤਰ ਤਰੀਕੇ ਦੇ ਨਾਲ ਜਿਹੜੀ ਆ ਦੇਖਭਾਲ ਜਿਹੜੀ ਉਹ ਹੋਵੇ। ਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਦੱਸਿਆ, ਕਹਿੰਦੇ ਮਹੀਨੇ ਡੇਢ ਮਹੀਨੇ ਤੋਂ ਹੀ ਸੋਸ਼ਲ ਡਿਸਟੈਂਸਿੰਗ ਉੱਥੇ ਉਹਨਾਂ ਨੇ ਚਾਲੂ ਕੀਤੀ। ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕੁਝ ਵੀ ਜਿਹੜਾ ਉਹ ਨਹੀਂ ਜਿਹੜਾ ਉਹ ਕੀਤਾ ਹੋਇਆ ਸੀਗਾ। ਸੋ ਇਹ ਜਿਹੜੀ ਸਥਿਤੀ ਮਾੜੀ ਆ। ਕਹਿੰਦੇ ਵੀ ਉਹਨਾਂ ਦੇ ਮਾਤਾ ਜੀ ਵੀ ਉੱਥੇ ਕੰਮ ਕਰਦੇ ਸੀ, ਉਹਨਾਂ ਨੂੰ ਵੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਹੋ ਗਿਆ। ਤੇ ਹੁਣ ਕਹਿੰਦੇ ਕੁਆਰੰਟੀਨ ਦੇ ਦੌਰਾਨ ਜਿਹੜੇ ਉਸ ਤੋਂ ਬਾਅਦ 'ਚ ਉਹ ਥੋੜ੍ਹੇ ਠੀਕ ਹੋ ਰਹੇ ਆ। ਚੰਗੀ ਗੱਲ ਆ, ਚਲੋ ਸਿਹਤਯਾਬੀ ਪ੍ਰਮਾਤਮਾ ਉਹਨਾਂ ਨੂੰ ਬਖਸ਼ੇ। ਪਰ ਇਸ ਦੇ ਨਾਲ ਨਾਲ ਕਹਿੰਦੇ ਆ ਵੀ ਉਹ ਧਮਕੀਆਂ ਇਸ ਹਿਸਾਬ ਦੇ ਨਾਲ EMPLOYER ਆਪਣੇ EMPLOYEES ਨੂੰ ਦੇ ਰਹੇ ਆ ਵੀ ਜੇ ਤੁਸੀਂ ਕੰਮ 'ਤੇ ਨਹੀਂ ਆਇਆ ਤਾਂ ਤੁਹਾਨੂੰ ਅਸੀਂ ਕਰ ਦੇਣਾ ਫਾਇਰ, ਕਰ ਦਾਂਗੇ ਅਸੀਂ ਤੁਹਾਨੂੰ ਫਾਰਗ। ਸੋ ਇਹ ਜਿਹੜੀ ਕਹਿ ਲਓ ਵੀ ਇਸ ਟਾਈਮ ਭੋਲੇ ਲੋਕਾਂ ਦਾ ਨਜਾਇਜ਼ ਫਾਇਦਾ ਚੱਕਣ ਦੀ ਕੋਸ਼ਿਸ਼ ਦੇ ਵਿੱਚ ਫੋਸਟਰ ਫਾਰਮ ਜਿਹੜੀ ਉਹ ਲੱਗੀ ਹੋਈ ਆ। ਇਹ ਸਥਿਤੀ ਜਿਹੜੀ ਆ ਉਹ ਚੰਗੀ ਨਹੀਂ ਹੈਗੀ। ਵੀ ਤੁਸੀਂ ਦੇਖੋ ਵੀ ਇਹਨਾਂ ਲੋਕਾਂ ਦੇ ਕਰਕੇ ਤਾਂ ਤੁਹਾਡੀ ਜਿਹੜੀ ਆ ਕੰਪਨੀ ਉਹ ਚੱਲ ਰਹੀ ਆ ਤੇ ਪਰ ਉਸ ਦੇ ਬਾਵਜੂਦ ਉਹ ਇਹ ਸਾਰਾ ਕੁਝ ਜਿਹੜਾ ਉਹ ਕਰ ਰਹੇ ਹੈਗੇ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਮੋਡੈਸਟੋ, ਟਰਲਕ, ਲਿਵਿੰਗਸਟਨ, ਡੈਲਹਾਈ ਉਸ ਏਰੀਏ ਦੇ ਵਿੱਚ ਮਰਸਟ 'ਚ ਹੈਗੇ ਆ, ਪਲੀਜ਼ ਇਹ ਤੇ ਐਕਟ ਕਰੋ, ਨਹੀਂ ਤਾਂ ਇਹ ਬਹੁਤ ਜ਼ਿਆਦਾ ਜਿਹੜੀ ਫੈਲ ਜਾਣੀ ਆ। ਕਿਸੇ ਤਰ੍ਹਾਂ ਦੀ ਵੀ ਕਿਸੇ ਨੇ ਕੋਈ ਮੈਸੇਜ ਪਹੁੰਚਾਉਣਾ ਹੈਗਾ ਆ ਤੇ ਤੁਸੀਂ ਸਾਨੂੰ ਪੰਜਾਬੀ ਰੇਡੀਓ USA ਤੇ ਕੰਟੈਕਟ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਵੀ ਕੋਈ ਐਕਟੀਵਿਟੀ ਕਰਨੀ ਆ ਉੱਥੇ ਤਾਂ ਸਾਡਾ ਟੈਲੀਫੋਨ ਨੰਬਰ 408 272 5200। ਆਪਾਂ ਤਾਂ ਇਹੀ ਹੈਲਪ ਕਰ ਸਕਦੇ ਹੈਗੇ ਆ, ਕਮਿਊਨਿਟੀ ਨੂੰ ਇਨਫੋਰਮ ਕਰ ਸਕਦੇ ਆ ਤੇ ਕਮਿਊਨਿਟੀ ਨੇ ਕੀ ਐਕਸ਼ਨ ਲੈਣਾ ਆ ਉਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਆ ਆਪਣੇ ਸਾਰੇ ਲੋਕਾਂ ਦੇ ਵਿੱਚ ਜਿਹੜੀ ਪਹੁੰਚਾ ਸਕਦੇ ਆ ਜੀ। ਤੇ ਹਰਜੋਤ ਸਿੰਘ ਜੀ, ਹੁਣ ਜੇ ਗੱਲ ਕਰੀਏ ਕੈਲੀਫੋਰਨੀਆ ਦੇ ਹਾਲਾਤਾਂ ਨੂੰ ਲੈ ਕੇ, ਕੈਲੀਫੋਰਨੀਆ ਦੇ ਵਿੱਚ ਹਾਲਾਤ ਅੱਗਾਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਨਾਸਾਜ਼ ਜਿਹੜੇ ਆ ਉਹ ਬਣੇ ਹੋਏ ਨੇ। ਇਸ ਟਾਈਮ ਦਰਜਨਾਂ ਹੀ ਜਿਹੜੀਆਂ ਆ ਉਹ ਕਈ ਦਰਜਨ ਜਿਹੜੀਆਂ ਅੱਗਾਂ ਆ ਉਹ ਇਸ ਟਾਈਮ ਸਹਿਕ ਰਹੀਆਂ ਨੇ ਕੈਲੀਫੋਰਨੀਆ ਦੇ ਵਿੱਚ, ਜਿਸ ਦੇ ਚੱਲਦਿਆਂ ਹਰਜੋਤ ਸਿੰਘ ਜੀ ਇਹਨਾਂ ਨੇ ਸਟੇਟ ਆਫ ਐਮਰਜੈਂਸੀ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਆਲਰੇਡੀ ਜਿਹੜੀ ਇਸ਼ੂ ਕਰ ਦਿੱਤੀ ਹੋਈ ਆ, ਲਾ ਦਿੱਤੀ ਗਈ ਆ। ਤੇ ਕਹਿੰਦੇ ਹਜ਼ਾਰਾਂ ਹੀ ਲੋਕਾਂ ਨੂੰ ਵਾਈਨ ਕੰਟਰੀ, ਪੈਨਿਨਸੂਲਾ, ਹੋਰ ਕਈ ਥਾਵਾਂ ਤੋਂ ਇਵੈਕੂਏਟ ਵੀ ਕਰਨਾ ਪੈ ਰਿਹਾ ਹੈਗਾ ਆ। ਸੋ ਬਿਲਕੁਲ ਬਹੁਤ ਹੀ ਜ਼ਿਆਦਾ ਜਿਹੜੀਆਂ ਆ ਭਿਆਨਕ ਅੱਗਾਂ ਜਿਹੜੀਆਂ ਲੱਗੀਆਂ ਹੋਈਆਂ ਆ ਵੱਖ-ਵੱਖ ਸ਼ਹਿਰਾਂ 'ਚ। ਬਲੇਹੋ ਤੋਂ ਖਬਰ ਆ ਰਹੀ ਆ, ਨੈਪਾ ਕਾਉਂਟੀ ਤੋਂ ਆ ਰਹੀ ਆ, ਮਰੀਨ ਕਾਉਂਟੀ ਤੋਂ ਆ ਰਹੀ ਆ, ਸਦਰਨ ਕੈਲੀਫੋਰਨੀਆ ਦੇ ਵਿੱਚ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਆਲ ਓਵਰ ਕੈਲੀਫੋਰਨੀਆ ਸੁਣ ਰਹੇ ਆ, ਪਿਛਲੇ ਸਮਿਆਂ 'ਚ ਕੈਲੀਫੋਰਨੀਆ ਦੇ ਉੱਤੇ ਕਈ ਸਾਲਾਂ ਤੋਂ ਹੁਣ ਭਾਰੀ ਪਈ ਹੋਈ ਆ। ਕਈ ਪੂਰੇ ਦੇ ਪੂਰੇ ਟਾਊਨ ਪਿਛਲੇ ਸਾਲਾਂ 'ਚ ਸੜ ਕੇ ਸਵਾਹ ਹੋ ਗਏ ਸੀ। ਸੈਂਟਾ ਰੋਜ਼ਾ ਦੀ ਐਗਜ਼ਾਮਪਲ ਸਾਡੇ ਸਾਹਮਣੇ ਆ, ਪੈਰਾਡਾਈਜ਼ ਦੀ ਆ, ਸਦਰਨ ਕੈਲੀਫੋਰਨੀਆ 'ਚ ਕਈ ਟਾਊਨ ਹੈਗੇ ਆ। ਸੋ ਸਾਰਿਆਂ ਨੂੰ ਪ੍ਰਿਪੇਅਰ ਰਹਿਣਾ ਚਾਹੀਦਾ। ਜੇ ਜਰਾ ਵੀ ਕੋਈ ਤੁਹਾਨੂੰ ਐਮਰਜੈਂਸੀ ਦਾ ਅਲਰਟ ਆਉਂਦਾ ਤੇ ਇਮੀਡੀਏਟਲੀ ਤੁਹਾਨੂੰ ਉਸ ਏਰੀਏ ਤੋਂ ਨਿਕਲ ਜਾਣਾ ਚਾਹੀਦਾ ਹੈਗਾ, ਕਿਉਂਕਿ ਫਿਰ ਹਾਈਵੇ, ਸਟਰੀਟ ਸਾਰੀਆਂ ਭਰ ਜਾਂਦੀਆਂ ਹੈਗੀਆਂ। ਪੂਰੀ ਗੈਸ ਵਗੈਰਾ ਕਾਰਾਂ ਚਾਹੀਦੀ ਆ, ਪਾਣੀ ਚਾਹੀਦਾ ਹੈਗਾ ਤੁਹਾਡੇ ਕੋਲ, ਜੋ ਵੀ ਜ਼ਰੂਰੀ ਹੈਗਾ। ਇਹ ਬਹੁਤ ਹੀ ਧਿਆਨ ਰੱਖਣ ਜੋ ਗੱਲ ਆ। ਇਸ ਵੇਲੇ ਬਹੁਤ ਹੀ ਬੁਰਾ ਹਾਲ ਕੈਲੀਫੋਰਨੀਆ 'ਚ ਬਣਿਆ। ਈਵਨ ਅਸੀਂ ਬੇ ਏਰੀਏ 'ਚ ਰਹਿੰਦੇ ਆ, ਸਮੁੰਦਰ ਦੇ ਲਾਗੇ ਆ, ਆਲੇ ਦੁਆਲੇ। ਜੇ ਤੁਸੀਂ ਦੇਖੋ ਇੱਥੇ ਅੱਜ ਅਸੀਂ ਜਦੋਂ ਸਵੇਰੇ ਆਫਿਸ ਵੀ ਆ ਰਹੇ ਸੀ ਤੇ ਕਾਰ ਦੇ ਉੱਤੇ ਜਿਹੜੀ ਸਵਾਹ ਹੁੰਦੀ ਆ, ਐਸ਼ਜ਼, ਉਹਦੇ ਥੋੜ੍ਹੇ ਜਿਹੜੇ ਪੀਸ ਆ ਉਹ ਡਿੱਗ ਰਹੇ ਸੀ, ਕਿਉਂਕਿ ਇੱਥੇ ਵੀ ਪਹਾੜੀਆਂ ਦੇ ਪਿੱਛੇ ਜਿਹੜੀ ਅੱਗ ਲੱਗੀ ਹੋਈ ਹੈਗੀ ਆ। ਸੋ ਕਾਫੀ ਜਿਹੜਾ ਬੁਰਾ ਹਾਲ ਇਸ ਟਾਈਮ ਕੈਲੀਫੋਰਨੀਆ 'ਚ ਬਣਿਆ ਹੋਇਆ। ਇੱਕ ਤਾਂ ਪਹਿਲਾਂ ਕਰੋਨਾ ਵਾਇਰਸ ਨੇ ਕਾਫੀ ਵਕਤ ਪਾਇਆ, ਹੁਣ ਦੂਜੇ ਨੰਬਰ ਦੇ ਉੱਤੇ ਜਿਹੜੀ ਆ ਫਾਇਰ ਡਿਪਾਰਟਮੈਂਟ ਨੇ ਇੰਨਾ ਜ਼ਿਆਦਾ ਫਾਇਰ ਨੇ ਇੰਨਾ ਜ਼ਿਆਦਾ ਨੁਕਸਾਨ ਕੀਤਾ ਆ। ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਆ। ISO ਨੇ ਸਟੇਜ 2 ਐਮਰਜੈਂਸੀ ਜਿਹੜੀ ਇੱਕ ਰੋਟੇਟਿੰਗ ਪਾਵਰ ਆਊਟੇਜ ਇਮੀਨੈਂਟ ਕਹਿੰਦੇ ਉਹ ਹੈਗੀ ਆ, ਉਹਨਾਂ ਨੇ ਇਹ ਡਿਕਲੇਅਰ ਕੀਤੀ ਹੋਈ ਹੈਗੀ ਆ। ਸੋ
ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਵੀ ਜਿਹੜੇ ਡੈਮੋਕ੍ਰੇਟ ਆ ਇਹ ਬਲੈਕ ਆਊਟ ਇੰਟੈਂਸ਼ਨਲੀ ਕਰ ਰਹੇ ਹੈਗੇ ਆ, ਇਹ ਪ੍ਰਿਪੇਅਰ ਨਹੀਂ ਹੋਏ ਹੈਗੇ। ਪਰ ਇੱਕ ਪਾਸੇ ਇਹ ਗੱਲ ਥੋੜ੍ਹੀ ਜਿਹੀ ਠੀਕ ਵੀ ਆ ਵੀ ਕਿੰਨੇ ਸਾਲ ਹੋ ਗਏ ਹੈਗੇ ਆ, ਜਿਹੜੀਆਂ ਅੱਗਾਂ ਇੰਨੀਆਂ ਲੱਗ ਰਹੀਆਂ ਉਹਦੇ 'ਤੇ ਕੋਈ ਨਾ ਕੋਈ ਆਲਟਰਨੇਟਿਵ ਹੋਣਾ ਚਾਹੀਦਾ ਵੀ ਕਿੰਨਾ ਕੁ ਅਸੀਂ ਜਿਹੜਾ ਪ੍ਰਿਪੇਅਰ ਹੋਣਾ ਆ। ਟੈਂਪਰੇਚਰ ਇੰਨਾ ਹਾਈ ਹੋਇਆ ਆ, ਲੇਕ ਤਾਂ ਉਹ ਤੋਂ ਖਬਰ ਆ ਰਹੀ ਆ, ਕਹਿੰਦੇ ਵੀ ਉੱਥੇ ਵੀ ਜਿਹੜਾ ਟੈਂਪਰੇਚਰ ਆ ਇੰਨਾ ਜ਼ਿਆਦਾ ਹੈ, ਉਸਨੇ ਪੂਰੇ ਰੈਕਡ ਜਿਹੜੇ ਆ ਉਹ ਪਿਛਲੇ ਸਾਲਾਂ ਦੇ ਤੋੜ ਦਿੱਤੇ। ਨੈਸ਼ਨਲ ਵੈਦਰ ਸਰਵਿਸ ਜਿਹੜੀ ਰੀਨੋ ਦੇ ਵਿੱਚ ਆ ਉਹਨਾਂ ਨੇ ਇਹ ਦੱਸਿਆ ਆ। ਫਾਇਰ ਟੋਰਨੇਡੋਜ਼ ਆ ਰਹੇ ਹੈਗੇ ਆ ਅਤੇ ਹਵਾਵਾਂ ਬਹੁਤ ਤੇਜ਼ ਆ। ਸੋ ਕਾਫੀ ਕੈਲੀਫੋਰਨੀਆ ਦਾ ਏਰੀਆ ਜੇ ਤੁਸੀਂ ਕਿਤੇ ਦੇਖੋ, ਜਿਹੜੀਆਂ ਪਿਕਚਰਸ ਆ ਰਹੀਆਂ ਬਹੁਤ ਹੀ ਭਿਆਨਕ ਜਿਹੜੀ ਆ ਸਥਿਤੀ ਇਸ ਟਾਈਮ ਬਣੀ ਹੋਈ ਹੈਗੀ ਆ। ਬਿਲਕੁਲ ਜੀ, ਜਿੱਥੇ ਹਰਜੋਤ ਸਿੰਘ ਜੀ ਆਪਾਂ ਰਹਿੰਦੇ ਆ ਉਸ ਦੇ ਬਿਲਕੁਲ ਨਜ਼ਦੀਕ ਜਿਹੜੀਆਂ ਪਿੱਛੇ ਪਹਾੜੀਆਂ ਉਹਨਾਂ ਦੇ ਵਿੱਚ ਇੱਕ ਲਾਈਟਨਿੰਗ ਫਾਇਰ ਜਿਹੜੀ ਆ ਉਹ ਚੱਲ ਰਹੀ ਆ। ਉਸ ਦੇ ਕਰਕੇ ਅੱਜ ਜਦ ਸਵੇਰੇ ਕੰਮ 'ਤੇ ਆਉਣਾ ਸੀਗਾ ਅਤੇ ਗੱਡੀਆਂ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਸਵਾਹ ਆ ਉਹ ਪਈ ਹੋਈ ਸੀ। ਪੂਰੀ ਰਾਤ ਜਿਹੜੀਆਂ ਅੱਗਾਂ ਆ ਉਹ ਸੁਲਗਦੀਆਂ ਰਹੀਆਂ ਨੇ ਅਤੇ ਸਥਿਤੀ ਬਹੁਤ ਜ਼ਿਆਦਾ ਗੰਭੀਰ ਆ। ਉੱਤੋਂ ਨਾਲ ਦੇ ਨਾਲ ਬਲੈਕ ਆਊਟ ਜਿਹੜਾ ਆ ਉਹ ਹੋ ਸਕਦੇ ਹੈਗੇ ਨੇ ਅਤੇ ਉੱਤੋਂ ਜਿਹੜੀ ਆ ਇਹ ਗਰਮੀ ਦਾ ਪ੍ਰਕੋਪ, ਅੱਗਾਂ ਦਾ ਪ੍ਰਕੋਪ। ਅੱਜ ਤੋਂ ਕਈ ਸਾਲ ਪਹਿਲਾਂ ਹਰਜੋਤ ਸਿੰਘ ਜੀ ਉਦੋਂ ਵੀ ਇੱਕ ਲਾਈਟਨਿੰਗ ਸਟੋਰਮ ਇੱਦਾਂ ਹੀ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਆਇਆ ਸੀਗਾ, ਮੌਨਰੇ ਵਾਲੇ ਪਾਸੋਂ ਉਦੋਂ ਆਇਆ ਸੀਗਾ ਅਤੇ ਉਦੋਂ ਇੱਕੋ ਟਾਈਮ ਦੇ ਉੱਤੇ 2000 ਅੱਗਾਂ ਜਿਹੜੀਆਂ ਇਕੱਠੀਆਂ ਲੱਗੀਆਂ ਸੀਗੀਆਂ ਲਾਈਟਨਿੰਗ ਦੇ ਜਿਹੜਾ ਕਰਕੇ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਜਿਹੜੀ ਉਹ ਬਣੀ ਹੋਈ ਆ। ਸੋ ਇਹ ਹੁਣ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਨਾਜ਼ੁਕ ਸਥਿਤੀ ਆ। ਸਟੇਟ ਆਫ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕੀਤੀ ਹੋਈ ਆ ਕਈ ਥਾਵਾਂ ਤੋਂ। ਅੱਜ ਦਾ ਮਾਊਂਟ ਹੈਮਿਲਟਨ ਸਾਡੇ ਇੱਥੇ ਲਾਗੇ ਹੀ ਆ, ਸੈਨ ਹੋਜ਼ੇ ਦੇ ਲਾਗੇ, ਜਿਹੜਾ ਇੱਥੇ ਇੱਕ ਕਹਿ ਲਓ ਵੀ ਅੰਤਰਿਕਸ਼ ਦੇ ਵਿੱਚ ਦੇਖਣ ਵਾਲਾ, ਉੱਥੇ ਉਹਨਾਂ ਨੇ ਟੈਲੀਸਕੋਪ ਜਿਹੜਾ ਲੱਗਾ ਹੋਇਆ ਆ, ਉਹਦੇ ਇਰਦ ਗਿਰਦ ਲੋਕਾਂ ਨੂੰ ਉੱਥੋਂ ਇਵੈਕੂਏਟ ਵੀ ਜਿਹੜਾ ਉਹਨਾਂ ਨੇ ਕੀਤਾ ਹੈਗਾ ਆ। ਜੀ ਬਿਲਕੁਲ, ਕੈਲੀਫੋਰਨੀਆ ਦੇ ਵਿੱਚ ਰਾਈਟ ਨਾਓ 33 ਅੱਗਾਂ ਲੱਗੀਆਂ ਹੋਈਆਂ, 1,41,000 ਏਕੜ ਜਿਹੜੇ ਆ ਸੜ ਕੇ ਸਵਾਹ ਹੋ ਗਏ। ਰਾਜਕਨਵੀਰ ਸਿੰਘ ਜੀ, ਲੇਟੈਸਟ ਖਬਰ ਕੁਛ ਮਿੰਟ ਪਹਿਲਾਂ ਦੀ ਬਲੇਹੋ ਤੋਂ ਆ ਰਹੀ ਆ। ਬਲੇਹੋ ਟਾਊਨ ਸੈਕਰਾਮੈਂਟੋ ਅਤੇ ਸੈਨ ਫਰਾਂਸਿਸਕੋ ਦੇ ਵਿਚਕਾਰ ਹੈਗਾ ਆ। ਉੱਥੇ ਵੈਕੂਏਸ਼ਨ ਆਰਡਰ ਜਿਹੜੇ ਆ ਜਾਰੀ ਕਰ ਦਿੱਤੇ ਗਏ ਆ। ਕਹਿੰਦੇ ਵੀ 46,000 ਏਕੜ ਉਸ ਏਰੀਏ ਦੇ ਵਿੱਚ ਜਿਹੜੇ ਸੜ ਕੇ ਸਵਾਹ ਹੋ ਗਏ ਆ। ਕੁਛ ਘਰ ਜਿਹੜੇ ਆ ਉਹ ਵੀ ਅੱਗ ਦੀ ਭੇਂਟ ਚੜ੍ਹ ਗਏ ਹੈਗੇ ਆ। ਸੋ ਵੈਕਾਵਿਲ ਏਰੀਆ 1 ਲੱਖ ਲੋਕ ਰਹਿੰਦੇ ਆ। ਜਦੋਂ ਆਪਾਂ ਜਾਂਦੇ ਹਾਂ 880 ਦੇ ਉੱਤੇ, ਡੇਵਿਸ ਤੋਂ ਪਹਿਲਾਂ ਆਉਂਦਾ ਆ, ਫੇਅਰਫੀਲਡ ਤੋਂ ਬਾਅਦ ਆਉਂਦਾ ਆ, ਉਹਦੇ ਲਾਗੇ ਜਿਹੜਾ ਆ ਇਵੈਕੂਏਸ਼ਨ ਆਰਡਰ ਜਿਹੜੇ ਆ ਉਹਨੀ ਜਾਰੀ ਕੀਤੇ ਹੈਗੇ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਇਸ ਦੇ ਵਿੱਚ ਆਪਾਂ ਨਾਲ ਹੀ ਆਪਣੇ ਸਰੋਤਿਆਂ ਨੂੰ ਆਪਾਂ ਇਹ ਵੀ ਜਿਹੜਾ ਹਰਜੋਤ ਸਿੰਘ ਦੱਸਦੇ ਜਾਈਏ ਵੀ ਅਜਿਹੀ ਸਥਿਤੀ ਦੇ ਵਿੱਚ ਜਿਹੜੇ ਲੋਕਾਂ ਨੂੰ ਇੱਕ ਦੂਜੇ ਦੇ ਸਾਥ ਦੀ ਜਿਹੜੀ ਜ਼ਰੂਰਤ ਹੁੰਦੀ ਆ। ਜਦੋਂ ਹੁਣ ਲੋਕਾਂ ਨੂੰ ਇਵੈਕੂਏਟ ਕਰਨਾ ਹੈ, ਕਿੱਥੇ ਉਹਨਾਂ ਨੂੰ ਰੱਖਣਾ ਹੈ, ਕਿਵੇਂ ਕਰਨਾ ਆ, ਉਹਦੀ ਜਿਹੜੀ ਸਰਕਾਰਾਂ ਨੇ ਤਾਂ ਆਪਣੇ ਪੱਧਰ ਦੇ ਉੱਤੇ ਜੋ ਕਰ ਸਕਦੀਆਂ ਉਹਨਾਂ ਨੇ ਉਹ ਕਰਨਾ ਆ। ਪਰ ਆਪਾਂ ਨੂੰ ਇਨਸਾਨੀਅਤ ਦੇ ਤੌਰ ਦੇ ਉੱਤੇ ਇਹਨਾਂ ਸਾਰੀਆਂ ਸਥਿਤੀਆਂ ਦੇ ਲਈ ਪਹਿਲਾਂ ਹੀ ਜਿਹੜਾ ਉਹ ਤਿਆਰ ਰਹਿਣ ਦੀ ਜ਼ਰੂਰਤ ਆ। ਜੇ ਕਿਸੇ ਦੇ ਕੋਲ ਅਵੇਲੇਬਿਲਟੀ ਹੋਊਗੀ, ਕਿਸੇ ਨੂੰ ਕੋਈ ਰੱਖਣ ਲਾਇਕ ਜਿਹੜਾ ਉਹ ਹੋਊਗਾ, ਚਾਹੇ ਕੁਛ ਦਿਨਾਂ ਦੇ ਲਈ ਕਿਸੇ ਪਰਿਵਾਰ ਨੂੰ ਜਾਂ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ, ਤਾਂ ਉਹ ਜਿਹੜੇ ਉਹ ਤਿਆਰ ਰਹਿਣ। ਬਾਅਦ ਦੇ ਵਿੱਚ ਜਦੋਂ ਕਿਤੇ ਲੋੜ ਪਏ, ਜੇ ਆਵਾਜ਼ ਮਾਰੀ ਜਾਂਦੀ ਆ ਤਾਂ ਉਹ ਲੋਕ ਫਿਰ ਜਿਹੜਾ ਉਹ ਦੱਸਣ ਵੀ ਅਸੀਂ ਰੈਡੀ ਹਾਂ। ਬਾਕੀ ਜਿਹੜੀਆਂ ਸੰਸਥਾਵਾਂ ਅਜਿਹੇ ਮੌਕਿਆਂ ਦੇ ਉੱਤੇ ਮਦਦ ਕਰਦੀਆਂ ਨੇ, ਮਦਦ ਦੀ ਇਹਨਾਂ ਨੂੰ ਇਹ ਜ਼ਰੂਰਤ ਪੈਣੀ ਹੀ ਪੈਣੀ ਆ। ਉਸ ਦੇ ਲਈ ਤੁਸੀਂ ਜਿਹੜਾ ਉਹ ਆਪਣਾ ਸਮਾਨ ਜਾਂ ਜੋ ਕੁਛ ਵੀ ਆ ਉਸ ਨੂੰ ਪਹਿਲਾਂ ਹੀ ਜਿਹੜਾ ਉਹ ਤਿਆਰ ਕਰਨਾ ਜਿਹੜਾ ਉਹ ਸ਼ੁਰੂ ਤੁਸੀਂ ਕਰ ਲਓ। ਅਖੀਰਲੇ ਮੌਕੇ ਦੇ ਉੱਤੇ ਫਿਰ ਭੱਜ ਦੜ ਦੇ ਵਿੱਚ ਦੇ ਨਾਲੋਂ ਤੁਸੀਂ ਤਿਆਰੀ ਕਰਨੀ ਜਿਹੜੀ ਉਹ ਸ਼ੁਰੂ ਕਰੋ। ਇਸ ਵਾਰ ਲਾਈਟਨਿੰਗ ਦੇ ਕਰਕੇ ਅਤੇ ਉੱਦਾਂ ਵੀ ਜਿਹੜਾ ਫਾਇਰ ਸੀਜ਼ਨ ਜਿਹੜਾ ਆ ਉਹ ਬਹੁਤ ਜ਼ਿਆਦਾ ਸਟਰੋਂਗ ਜਿਹੜਾ ਹੋ ਸਕਦਾ ਆ, ਜ਼ਿਆਦਾ ਨੁਕਸਾਨਦੇਹ ਜਿਹੜਾ ਉਹ ਹੋ ਸਕਦਾ ਆ। ਹਜ਼ਾਰਾਂ ਹੀ ਲੱਖਾਂ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਬਹੁਤ ਭੈੜਾ ਅਸਰ ਹੁੰਦਾ ਹੈ। ਅਤੇ ਖੁਦ ਵੀ ਆਪਣੀ ਇੰਪੋਰਟੈਂਟ ਡਾਕੂਮੈਂਟਸ, ਇੰਪੋਰਟੈਂਟ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਪਹਿਲਾਂ ਹੀ ਤਿਆਰ ਕਰਕੇ ਜਿਹੜਾ ਰੱਖੋ। ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ, ਗੱਡੀਆਂ ਦੇ ਵਿੱਚ ਤੇਲ ਵਗੈਰਾ ਜਿਹੜਾ ਉਹ ਪੂਰਾ ਫੁੱਲ ਕਰਕੇ ਰੱਖੋ, ਭਰ ਕੇ ਰੱਖੋ। ਅਤੇ ਜਦੋਂ ਇੱਦਾਂ ਹੁੰਦਾ ਹਰਜੋਤ ਸਿੰਘ ਜੀ, ਇਵੈਕੂਏਸ਼ਨ ਦੇ ਦੌਰਾਨ ਪ੍ਰੋਬਲਮ ਇਹ ਆਉਂਦੀ ਆ, ਉਦੋਂ ਸਾਰੇ ਜਾਣੇ ਇਕੱਠੇ ਇੱਕੋ ਟਾਈਮ ਦੇ ਉੱਤੇ ਨਿਕਲਦੇ ਆ ਅਤੇ ਫਿਰ ਟ੍ਰੈਫਿਕ ਜਾਮ ਲੱਗਦਾ ਆ। ਕਈ ਘੰਟੇ ਜਿਹੜਾ ਆ ਉਸ ਦੇ ਵਿੱਚ ਤੁਹਾਨੂੰ ਜਿਹੜਾ ਉਹ ਰੁਕਣਾ ਪੈ ਸਕਦਾ ਆ, ਉੱਥੇ ਤੁਸੀਂ ਫਸੇ ਰਹਿੰਦੇ ਆ। ਸੋ ਉਸ ਦੇ ਲਈ ਵੀ ਤਿਆਰੀ ਰਹਿਣੀ ਚਾਹੀਦੀ ਆ। ਹੁਣ ਇਹ ਨਹੀਂ ਪਤਾ ਹਰਜੋਤ ਸਿੰਘ ਜੀ ਵੀ ਜਿਹੜੇ ਅਧਿਕਾਰੀ ਨੇ, ਸ਼ੈਰਿਫ ਵਾਲੇ ਆ, ਫਾਇਰ ਡਿਪਾਰਟਮੈਂਟ ਵਾਲੇ ਆ, ਉਹ ਵੈਕੂਏਸ਼ਨਸ ਨੂੰ ਲੈ ਕੇ ਕਿੰਨੇ ਕੁ ਜਿਹੜੇ ਉਹ ਤਿਆਰ ਹੈਗੇ ਨੇ। ਇਹ ਇਸ ਚੀਜ਼ ਦੇ ਲਈ ਦੇਖਣ ਵਾਲੀ ਗੱਲ ਰਹੂਗੀ। ਨਾਪਾ ਵੈਲੀ ਦੇ ਵਿੱਚ ਇੱਕ ਵਾਰੀ ਫਿਰ ਬਹੁਤ ਸਾਰੀਆਂ ਜਿਹੜੀਆਂ ਅੱਗਾਂ ਆ ਉਹ ਲੱਗੀਆਂ ਨੇ ਅਤੇ ਜ਼ਰੂਰ ਜਿੱਦਾਂ ਆਪਾਂ ਆਪਣੇ ਸਰੋਤਿਆਂ ਨੂੰ ਦੱਸਿਆ ਹੀ ਸੀਗਾ
ਵੀ ਜੇ ਤੁਸੀਂ ਵੀ ਆਪਣੇ ਘਰ ਦੀ ਅੱਗ ਤੋਂ ਕਿੱਦਾਂ ਜਿਹੜਾ ਖੁਦ ਆਪ ਆਪਣੇ ਪੱਧਰ ਦੇ ਉੱਤੇ ਕੀ ਬਚਾਅ ਜਿਹੜਾ ਉਹ ਕਰ ਸਕਦੇ ਆ। ਘਾਹ ਨੂੰ ਪਾਣੀ ਦੇ ਕੇ ਰੱਖਣਾ ਆ, ਜਿਹੜਾ ਵੱਡਿਆ ਹੋਇਆ ਘਾਹ ਹੈਗਾ ਆ ਉਸ ਨੂੰ ਵੱਢ ਕੇ ਰੱਖਣਾ ਆ। ਜਿਹੜੀਆਂ ਚਿਪਸ ਸਾਈਡ 'ਤੇ ਜਿਹੜੀਆਂ ਪਾਈਆਂ ਹੁੰਦੀਆਂ ਆ, ਜਿਹੜੀਆਂ ਜ਼ਿਆਦਾਤਰ ਵੁੱਡ ਚਿਪਸ, ਉਹਨਾਂ ਨੂੰ ਵੀ ਗਿੱਲੇ ਕਰਕੇ ਰੱਖੋ ਜਾਂ ਆਪਣੇ ਪ੍ਰੋਪਰਟੀ ਤੋਂ ਥੋੜ੍ਹਾ ਉਹਨਾਂ ਨੂੰ ਪਰੇ ਕਰੋ, ਤਾਂ ਜੋ ਜੇ ਕਿ ਰੱਬ ਨਾ ਕਰੇ ਉਸ ਪਾਸੇ ਵੱਲ ਨੂੰ ਅੱਗ ਆਉਂਦੀ ਹੈ, ਜੇ ਪ੍ਰੋਪਰਟੀ ਬਚਦੀ ਆ ਤਾਂ ਐਟਲੀਸਟ ਤੁਸੀਂ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਬਚਾਅ ਜਿਹੜਾ ਉਹ ਕਰ ਸਕਦੇ ਹੋ। ਹੋਰ ਵੀ ਜੇ ਕਿਸੇ ਦੇ ਕੋਲ ਟਿਪਸ ਵਗੈਰਾ ਹੈਗੀਆਂ, ਕਿੱਦਾਂ ਤਿਆਰੀ ਜਿਹੜੀ ਉਹ ਰੱਖਣੀ ਚਾਹੀਦੀ ਆ, ਦਵਾਈਆਂ ਦੀ ਕਿੱਦਾਂ ਤਿਆਰੀ ਕਰਨੀ ਚਾਹੀਦੀ ਆ, ਉਹ ਸਾਰੀਆਂ ਚੀਜ਼ਾਂ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਹੋ। ਜਾਂ ਜਿਸ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਆ ਤੁਹਾਡੇ ਇਵੈਕੂਏਸ਼ਨ ਆਰਡਰ ਕੀਤੇ ਤੁਸੀਂ ਸ਼ੇਅਰ ਕਰ ਸਕਦੇ ਆ। ਸੋ ਬੈਕਾਵਿਲ ਕੈਲੀਫੋਰਨੀਆ ਦੀ ਮੈਂ ਗੱਲ ਕਰਦਾ ਜਾਂਦਾ ਸੀ, ਜਿਹੜੇ ਉਹਨਾਂ ਦੇ ਫਾਰਮ ਏਰੀਆਜ਼ ਹੈਗੇ ਆ ਜਿੱਥੇ ਘੋੜੇ ਵਗੈਰਾ ਕਈਆਂ ਨੇ ਰੱਖੇ ਹੁੰਦੇ ਆ, ਉੱਥੇ ਕਈ ਜਗ੍ਹਾ ਜਿਹੜੀਆਂ ਅੱਗਾਂ ਲੱਗੀਆਂ ਅਤੇ ਲੇਟੈਸਟ ਖਬਰ ਆ ਰਹੀ ਆ ਵੀ ਬਹੁਤ ਸਾਰੀਆਂ ਸੜਕਾਂ ਟੱਪ ਕੇ ਜਿਹੜੀ ਅੱਗ ਆ ਦੂਸਰੀ ਸਾਈਡ ਨੂੰ ਵੀ ਜਾ ਰਹੀ ਹੈਗੀ ਆ। ਸੋ ਉਹਦੇ ਕਰਕੇ ਲੋਕਾਂ ਨੂੰ ਜਿਹੜੇ ਏਰੀਏ 'ਚ ਇਵੈਕੂਏਸ਼ਨ ਕਰਨ ਦੇ ਲਈ ਕਿਹਾ ਗਿਆ ਆ, ਜਿੱਥੇ ਇਵੈਕੂਏਟ ਹੋਣੇ ਆ ਉਹਨਾਂ ਨੂੰ ਨਿਕਲਣਾ ਕਾਫੀ ਮੁਸ਼ਕਲ ਆ ਰਿਹਾ ਹੈਗਾ ਆ। 100 ਡਿਗਰੀ ਤੋਂ ਵੱਧ ਦਾ ਜਿਹੜਾ ਟੈਂਪਰੇਚਰ ਉੱਥੇ ਇਸ ਟਾਈਮ ਹੋਇਆ ਆ। ਸੋ ਨੈਸ਼ਨਲ ਐਮਰਜੈਂਸੀ ਅਸੀਂ ਆਲਰੇਡੀ ਤੁਹਾਨੂੰ ਦੱਸਿਆ ਵੀ ਡਿਕਲੇਅਰ ਹੋ ਚੁੱਕੀ ਆ। ਨੈਪਾ ਕਾਉਂਟੀ ਦੇ ਵਿੱਚ ਵੀ ਕਈ ਏਰੀਏਜ਼ ਦੇ ਵਿੱਚ ਅੱਗ ਲੱਗੀ ਹੋਈ ਆ। ਇੱਕ ਕਹਿੰਦੇ 130 ਸਾਲ ਪੁਰਾਣੀ ਵਾਈਨਰੀ ਆ, ਉਹ ਅੱਗ ਬਿਲਕੁਲ ਉਹਦੇ ਲਾਗੇ ਪਹੁੰਚ ਚੁੱਕੀ ਹੈਗੀ ਆ। ਪਿਛਲੀ ਵਾਰੀ ਵੀ ਜਦੋਂ ਸੈਂਟਾ ਰੋਜ਼ਾ ਏਰੀਏ ਦੇ 'ਚ ਅੱਗਾਂ ਲੱਗੀਆਂ ਸੀਗੀਆਂ ਉਦੋਂ ਵੀ ਕਾਫੀ ਨੁਕਸਾਨ ਜਿਹੜਾ ਵਾਈਨਰੀਜ਼ ਆ ਉਹਨਾਂ ਦਾ ਹੋਇਆ ਸੀ। ਇਹ ਸਾਰਾ ਨੈਪਾ ਜਿਹੜੇ ਸਾਡੇ ਸਰੋਤੇ ਆ ਆਲ ਓਵਰ ਦੀ ਵਰਲਡ ਸੁਣ ਰਹੇ ਉਹਨੂੰ ਦੱਸਦੇ ਜਾਈਏ, ਨੈਪਾ ਵੈਲੀ ਜਿਹੜੀ ਆ ਸਭ ਤੋਂ ਵੱਧ ਇੱਥੇ ਅੰਗੂਰ ਵਾਈਨਰੀਆਂ ਇੱਥੇ ਬਹੁਤ ਹੀ ਜ਼ਿਆਦਾ ਹੈਗੀਆਂ ਅਤੇ ਬਹੁਤ ਹੀ ਵਧੀਆ ਉੱਥੇ ਸੈਟਿੰਗ ਹੈਗਾ ਆ। ਜਿੱਦਾਂ ਜੇ ਤੁਸੀਂ ਜਾ ਕੇ ਦੇਖੋ ਅਤੇ ਉਹ ਸਾਰਾ ਜਿਹੜਾ ਏਰੀਆ ਆ ਹੁਣ ਵੈਕਾਵਿਲ ਦੇ ਲਾਗੇ ਉੱਥੇ ਖਤਰੇ ਦੀ ਘੰਟੀ ਇਸ ਟਾਈਮ ਖੜਕਦੀ ਹੈਗੀ ਆ। ਬਿਲਕੁਲ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੁਪਹਿਰ 12 ਵਜੇ ਜਿਹੜੇ ਆ ਵਾਈਲਡ ਫਾਇਰਸ ਦੇ ਰਿਸਪੌਂਸ ਨੂੰ ਲੈ ਕੇ ਜਿਹੜਾ ਆ ਉਹ ਸੰਬੋਧਨ ਜਿਹੜਾ ਕਰਨਗੇ। ਸੋ ਕਹਿੰਦੇ ਵੀ ਜਦੋਂ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਜਾਂਦੀ ਹੈ, ਗਵਰਨਰ ਦੇ ਕੋਲ ਅਧਿਕਾਰ ਹੁੰਦੇ ਆ ਵੀ ਲੀਗਲ ਅਤੇ ਜਿਹੜੀਆਂ ਇਨਵਾਇਰਮੈਂਟਲ ਰਿਕੁਆਇਰਮੈਂਟਸ ਆ ਉਹਨਾਂ ਨੂੰ ਇੱਕ ਪਾਸੇ ਜਿਹੜਾ ਉਹ ਕਰਕੇ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਤੇਜ਼ੀ ਦੇ ਨਾਲ ਰਿਸਪੌਂਸ ਜਿਹੜਾ ਉਹ ਦਿੱਤਾ ਜਾ ਸਕਦਾ ਆ। ਜਿੱਦਾਂ ਜੇ ਅੱਗਾਂ ਬੁਝਾਉਣ ਦੇ ਲਈ ਹੋਰ ਜਿਹੜੇ ਉੱਥੇ ਦੇ ਲੋਕਲ ਫਾਇਰ ਇੰਜਨਸ ਆ ਉਹਨਾਂ ਦੀ ਤਾਂ ਜ਼ਰੂਰਤ ਹੁੰਦੀ ਹੀ ਹੁੰਦੀ ਆ। ਉਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਆ ਉਹਨਾਂ ਦੇ ਲਈ ਫਿਰ ਲੈਂਥੀ ਬਿਡ ਪ੍ਰੋਸੈਸ ਜਿਹੜੀ ਆ ਉਸ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਪ੍ਰੋਜੈਕਟਸ ਦੇ ਉੱਤੇ ਮਨੀ ਸਪੈਂਡ ਜਿਹੜੀ ਆ ਉਹ ਫਿਰ ਡਾਇਰੈਕਟਲੀ ਅਤੇ ਤੇਜ਼ੀ ਦੇ ਨਾਲ ਜਿਹੜੀ ਉਹ ਕੀਤੀ ਜਾ ਸਕਦੀ ਆ। ਜਿਹੜਾ ਇਕਵਿਪਮੈਂਟ ਫਾਇਰ ਨੂੰ ਅੱਗਾਂ ਨੂੰ ਰੋਕਣ ਦੇ ਲਈ ਜਿਹੜਾ ਚਾਹੀਦਾ ਹੁੰਦਾ ਆ। ਇਨਵਾਇਰਮੈਂਟਲ ਰਿਸਟ੍ਰਿਕਸ਼ਨਸ ਕਈ ਥਾਵਾਂ ਦੇ ਉੱਤੇ ਹੁੰਦੀਆਂ ਵੀ ਕਈ ਵਾਰੀ ਹੁੰਦਾ ਨਾ ਵੀ ਇਹਦੇ ਉੱਤੋਂ ਜਹਾਜ਼ ਨਾ ਲੰਘੇ, ਹੈਲੀਕਾਪਟਰ ਨਾ ਆਵੇ ਜਾਂ ਇਹ ਨਾ ਹੋਵੇ, ਫਿਰ ਉਹ ਸਾਰੀਆਂ ਰਿਸਟ੍ਰਿਕਸ਼ਨਸ ਆ ਉਹ ਲਾਂਭੇ ਕਰਕੇ ਉਹ ਸਾਰੀਆਂ ਚੀਜ਼ਾਂ ਤੇਜ਼ੀ ਦੇ ਨਾਲ ਕੀਤੀਆਂ ਜਿਹੜੀਆਂ ਉਹ ਜਾ ਸਕਦੀਆਂ ਨੇ। ਜੇ ਲੈਜਿਸਲੇਚਰ ਦੇ ਜ਼ਰੀਏ ਜਿਹੜੀ ਮਨੀ ਹੁੰਦੀ ਆ ਉਸ ਨੂੰ ਜਲਦੀ ਐਮਰਜੈਂਸੀ ਦੇ ਵਿੱਚ ਜਿਹੜੀ ਆ ਉਹ ਵਰਤਿਆ ਜਾ ਸਕਦਾ ਹੁੰਦਾ ਹੈ। ਸੋ ਸਟੇਟ ਆਫ ਐਮਰਜੈਂਸੀ ਕੈਲੀਫੋਰਨੀਆ ਦੀ ਇਹ ਚੀਜ਼ਾਂ ਜਿਹੜੀਆਂ ਉਹ ਦੱਸਦੀ ਹੈਗੀ ਆ। ਸੋ ਇਸ ਟਾਈਮ ਕਈ ਥਾਵਾਂ ਦੇ ਉੱਤੇ 30 ਤੋਂ ਵੱਧ 33 ਅੱਗਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਉਹ ਚੱਲ ਰਹੀਆਂ ਨੇ। ਪੂਰੀ ਰਾਤ ਜਿਹੜਾ ਧੂੰਏਂ ਦਾ ਜਿਹੜਾ ਮਹਿਕ ਆ ਉਹ ਤੁਸੀਂ ਦੇਖ ਰਹੇ ਹੋਵੋਗੇ, ਇੱਦਾਂ ਲੱਗ ਰਿਹਾ ਵੀ ਜਿੱਦਾਂ ਬੱਦਲਬਾਰੀ ਆ, ਪਰ ਬੱਦਲ ਨਹੀਂ ਆ, ਇਹ ਧੂੰਏਂ ਦੇ ਹੀ ਬੱਦਲ ਜਿਹੜੇ ਇਸ ਟਾਈਮ ਛਾਏ ਪਏ ਨੇ, ਜਿਹਦੇ ਕਰਕੇ ਸੂਰਜ ਵੀ ਜਿਹੜਾ ਆ ਉਹ ਜਦੋਂ ਸਵੇਰੇ ਸੂਰਜ ਦੀ ਟਿੱਕੀ ਆ ਲਾਲ ਜੀ ਦੀ ਜਿਹੜੀ ਉਹ ਅੱਗ ਦੇ ਵਰਗੀ ਜਿਹੜੀ ਆ ਉਹ ਨਜ਼ਰ ਆਉਂਦੀ ਆ। ਇਹੀ ਜਿਹੜਾ ਇਸ ਟਾਈਮ ਕਾਰਨ ਹੈਗਾ ਆ। ਅਤੇ ਚਲੋ ਹੋਪਫੁਲੀ ਹਵਾਵਾਂ ਜਿਹੜੀਆਂ ਹਰਜੋਤ ਸਿੰਘ ਜੀ ਉਹ ਤੇਜ਼ ਨਾ ਵਗਣ, ਪਰ ਇਸ ਟਾਈਮ ਏਅਰ ਕੁਆਲਿਟੀ ਜਿਹੜੀ ਉਹ ਬਹੁਤ ਹੀ ਜ਼ਿਆਦਾ ਬੈਡ ਆ। ਇਸ ਟਾਈਮ ਸਮੋਕ ਦੇ ਨਾਲ ਭਰਿਆ ਪਿਆ ਆ ਬੇ ਏਰੀਆ ਜਿਹੜਾ ਪੂਰੇ ਦਾ ਪੂਰਾ, ਅਤੇ ਏਅਰ ਕੁਆਲਿਟੀ ਬਹੁਤ ਜ਼ਿਆਦਾ ਬੈਡ ਆ। ਬੱਚੇ ਬਜ਼ੁਰਗ ਜਿਨ੍ਹਾਂ ਨੂੰ ਸਾਹ ਦੀ ਕਿਸੇ ਤਰੀਕੇ ਦੀ ਜਿਹੜੀ ਉਹ ਸਮੱਸਿਆ ਹੈਗੀ ਆ ਉਹ ਕਿਰਪਾ ਕਰਕੇ ਜਿਹੜੇ ਉਹ ਬਾਹਰ ਨਾ ਨਿਕਲਣ, ਅਤੇ ਜੇ ਤੁਸੀਂ ਨਿਕਲਦੇ ਹੋ ਤਾਂ ਹੁਣ ਮਾਸਕ ਲਾਉਣ ਦਾ ਜਿਹੜਾ ਤੁਹਾਨੂੰ ਜ਼ਿਆਦਾ ਫਾਇਦਾ ਹੋਊਗਾ। ਇੱਕ ਤਾਂ ਕਰੋਨਾ ਤੋਂ ਬਚਾਓ ਅਤੇ ਇੱਕ ਜਿਹੜਾ ਧੂੰਏਂ ਤੋਂ ਅਤੇ ਮਿੱਟੀ ਘੱਟਾ ਜਿਹੜਾ ਐਸ਼ ਆ ਸਵਾਹ ਜਿਹੜੀ ਡਿੱਗ ਰਹੀ ਆ ਅਸਮਾਨ ਤੋਂ ਉਸ ਤੋਂ ਜਿਹੜਾ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਬਹੁਤਾ ਜਿਹੜਾ ਉਹ ਬਚਾ ਸਕਦੇ ਹੈਗੇ ਆ ਜੀ। ਬਿਲਕੁਲ ਜੀ। ਥੋੜ੍ਹੀ ਜਿਹੀ ਅਪਡੇਟ ਕਰਦਾ ਜਾਵਾਂ ਕੈਲੀਫੋਰਨੀਆ ਦੀ ਅੱਗਾਂ ਦੀ। ਸੈਂਟਾ ਕਲਾਰਾ, ਅਲਾਮੀਡਾ, ਕੰਟਰਾ ਕੋਸਟਾ, ਸੈਨ ਮੈਕੀਨ ਅਤੇ ਸਟੈਨਿਸਲਸ ਕਾਉਂਟੀਜ਼ ਦੇ ਵਿੱਚ 85,000 ਏਕੜ ਦੇ ਕਰੀਬ ਜਿਹੜੀ ਅੱਗ ਲੱਗੀ ਹੋਈ ਹੈਗੀ ਆ। ਸਿਰਫ 4% ਹੀ ਕੰਟੇਨਡ ਹੈਗੀ ਆ।
ਕੁਛ ਕੁ ਏਰੀਆ ਜਿਹੜਾ ਅਲਾਮੀਡਾ ਤੇ ਸਟੈਨਿਸਲਸ ਕਾਉਂਟੀਜ਼ ਦਾ ਆ ਉੱਥੇ ਮੈਂਡੇਟਰੀ ਇਵੈਕੂਏਸ਼ਨ ਕੀਤੀ ਗਈ ਆ ਕੁਛ ਕੁ ਏਰੀਏ ਦੇ ਉੱਤੇ। ਤੁਸੀਂ ਕੈਲੀਫਾਇਰ ਦਾ ਜਿਹੜਾ ਮੈਪ ਆ ਉੱਥੇ ਜਾ ਕੇ ਦੇਖ ਸਕਦੇ ਹੋ। ਨੈਪਾ ਤੇ ਸਨੋਮਾ ਕਾਉਂਟੀ ਦੇ ਵਿੱਚ 46,225 ਏਕੜ ਨੂੰ ਅੱਗ ਲੱਗੀ ਹੋਈ ਆ, 0% ਕੰਟੇਨਡ ਹੈਗਾ ਆ। ਤੇ ਉੱਥੇ ਵੀ ਜਿਹੜਾ ਨੈਪਾ ਤੇ ਸਨੋਮਾ ਕਾਉਂਟੀਜ਼ ਦੇ ਕੁਛ ਏਰੀਏ ਨੂੰ ਜਿਹੜੀ ਇਵੈਕੂਏਸ਼ਨ ਦੇ ਆਰਡਰ ਦਿੱਤੇ ਗਏ ਆ। ਵਿਊਟ ਕਾਉਂਟੀ ਦੇ ਵਿੱਚ 15,000 ਏਕੜ ਅੱਗ ਦੀ ਲਪੇਟ 'ਚ ਸਿਰਫ 10% ਕੰਟੇਨਡ ਹੈਗਾ ਆ। ਇਸੇ ਤਰ੍ਹਾਂ ਨਵਾਡਾ ਕਾਉਂਟੀ ਦੇ ਵਿੱਚ 650 ਏਕੜ ਸਿਰਫ 5% ਕੰਟੇਨਡ ਆ। ਸਿਆਰਾ ਕਾਉਂਟੀ ਦੇ ਵਿੱਚ 46,386 ਏਕੜ ਨੂੰ ਅੱਗ ਲੱਗੀ ਹੋਈ ਆ, ਸਿਰਫ 35% ਜਿਹੜਾ ਕੰਟੇਨਡ ਹੈਗਾ ਆ। ਤੇ ਅੱਜ ਸਵੇਰੇ ਜਿਹੜਾ ਆ ਸੋਲਾਨੋ ਕਾਉਂਟੀ ਦੇ ਵਿੱਚ ਜਿਹੜੀ ਉੱਥੇ ਦੀ ਸ਼ੈਰਿਫ ਆਫਿਸ ਆ ਉਹਨਾਂ ਨੇ ਜਿਹੜਾ ਇਵੈਕੂਏਸ਼ਨ ਆਰਡਰ ਜਾਰੀ ਕੀਤਾ ਹੈਗਾ ਵੈਸਟ ਆਫ ਬਲੂ ਰਿਜ ਰੋਡ ਤੇ ਜਿਹੜਾ ਉੱਥੇ ਦਾ ਸਟੇਟ ਹਾਈਵੇ 505 ਆ, ਨਾਰਥ ਆਫ ਚੈਰੀ ਗਲੈਨ ਰੋਡ ਟੂ ਹਾਈਵੇ 128। ਸੋ ਇਹਦਾ ਮਤਲਬ ਇਹ ਆ ਵੀ ਦੇਅਰ ਇਜ਼ ਇਮੀਡੀਏਟ ਥ੍ਰੈਟ ਟੂ ਲਾਈਫ, ਵੀ ਤੁਹਾਡੀ ਜਿਹੜੀ ਜ਼ਿੰਦਗੀ ਨੂੰ ਇੱਕਦਮ ਜਿਹੜਾ ਖਤਰਾ ਹੈਗਾ ਆ। ਸੋ ਇਸ ਏਰੀਏ ਦੇ ਵਿੱਚ ਜਿਹੜੀ ਆ ਐਮਰਜੈਂਸੀ ਇਵੈਕੂਏਸ਼ਨ ਜਾਰੀ ਕੀਤੀ ਗਈ ਹੈਗੀ ਆ। ਬੈਕਾਵਿਲ ਦੇ ਵਿੱਚ ਅੱਜ ਸਵੇਰ ਦੀ ਜਿਹੜੀ ਅਪਡੇਟ ਹੈਗੀ ਆ 9:45 ਵਜੇ ਦੇ ਕਰੀਬ, ਜਿਹੜੀਆਂ ਪਹਿਲਾਂ ਇਵੈਕੂਏਸ਼ਨਸ ਉਹ ਨਹੀਂ ਜਾਰੀ ਕੀਤੀਆਂ ਸੀ ਐਡਵਾਈਜ਼ਰੀਜ਼ ਉਹੀ ਹੈਗੀਆਂ, ਹੁਣ ਨਵੀਂ ਕੋਈ ਉਹ ਅਪਡੇਟ ਉਹਦੇ ਬਾਰੇ ਨਹੀਂ ਹੈਗੀ। ਕਾਫੀ ਸਟਰੀਟਸ ਹੈਗੀਆਂ ਆ, ਤੁਸੀਂ ਜਿਹੜਾ ਜਾ ਕੇ ਦੇਖ ਸਕਦੇ ਹੋ। ਈਵਨ ਜਿਹੜਾ ਆਪਣੇ ਗੁਰਦੁਆਰਾ ਸਾਹਿਬ ਫੇਅਰਫੀਲਡ ਦੇ ਵਿੱਚ ਹੈਗਾ ਆ ਗੁਰੂ ਨਾਨਕ ਸਿੱਖ ਟੈਂਪਲ 2948 ਰੌਕਵਿਲ ਰੋਡ, ਉਹ ਵੀ ਪਹਿਲਾਂ ਬੰਦ ਕੀਤੀ ਹੋਈ ਸੀ, ਸਿਰਫ ਐਨੀਮਲਸ ਵਗੈਰਾ ਲਈ ਜਾਣ ਲਈ ਸੀ। ਹੁਣ ਉਹ ਕਹਿੰਦੇ ਅੱਜ ਉਹਨੂੰ ਖੋਲ੍ਹ ਦਿੱਤਾ ਜਾਣਾ ਹੈਗਾ ਆ। ਜੀ ਬਿਲਕੁਲ। ਸੋ ਸਾਰੇ ਜਾਣੇ ਜਿਹੜੇ ਆ ਉਹ ਇਹਤਿਆਤ ਵਰਤਣ, ਧਿਆਨ ਜਿਹੜਾ ਉਹ ਵਰਤਣ, ਆਪਣੇ ਤੌਰ ਦੇ ਉੱਤੇ ਪ੍ਰੀਕਾਸ਼ਨਸ ਜਿਹੜੇ ਆ ਉਹ ਵੱਧ ਤੋਂ ਵੱਧ ਜਿਹੜੇ ਉਹ ਤੁਸੀਂ ਲਓ। ਅਤੇ ਸਮੋਕ ਬਹੁਤ ਆ, ਏਅਰ ਕੁਆਲਿਟੀ ਬਹੁਤ ਬੈਡ ਆ, ਬਾਹਰ ਉਹੀ ਜਿਹੜਾ ਨਿਕਲੇ ਜਿਹਨੂੰ ਬਹੁਤ ਜ਼ਿਆਦਾ ਜ਼ਰੂਰੀ ਆ। ਅਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਮਾਸਕ ਵਗੈਰਾ ਪਾ ਕੇ ਹੀ ਜਿਹੜਾ ਬਾਹਰ ਆ ਉਹ ਨਿਕਲਿਆ ਜਾਵੇ ਅਤੇ ਆਪਣੀ ਸਿਹਤ ਦਾ, ਆਪਣੇ ਬੱਚਿਆਂ ਦੀ, ਬਜ਼ੁਰਗਾਂ ਦੀ ਸਿਹਤ ਦਾ ਜਿਹੜਾ ਉਹ ਜ਼ਿਆਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਓ। ਹਰਜੋਤ ਸਿੰਘ ਜੀ, ਜਿਹੜੇ ਵੱਖ-ਵੱਖ ਇਵੈਕੂਏਸ਼ਨ ਆਰਡਰ ਕੈਲੀਫੋਰਨੀਆ ਫਾਇਰ ਦੇ ਦੁਆਰਾ ਹੈਗੇ, ਇੱਕ ਮੇਅਰਸ ਫਾਇਰ ਜਿਹੜੀ ਚੱਲ ਰਹੀ ਆ ਉਹ ਵਾਲੇ ਪਾਸੇ ਜਿਹੜੇ ਕਹਿੰਦੇ ਵੀ ਉੱਥੇ ਬੋਹੇਮੀਅਨ ਹਾਈਵੇ ਜਿਹੜਾ ਹੈਗਾ ਆ ਉਹਦੇ ਜਿਹੜੇ ਈਸਟ ਵਾਲੇ ਪਾਸੇ ਜਿੰਨੇ ਵੀ ਹੈਗੇ ਨੇ ਇਲਾਕੇ ਉਹਨਾਂ ਸਾਰਿਆਂ ਨੂੰ, ਅਤੇ ਗ੍ਰੇਟਨ ਰੋਡ, ਹੈਰੀਸਨ ਗ੍ਰੇਡ ਰੋਡ ਉਹਦੇ ਨਾਰਥ ਵਾਲੇ ਪਾਸੇ ਉਹਨਾਂ ਨੂੰ ਉੱਥੋਂ ਕੀਤਾ ਗਿਆ। ਰਸ਼ੀਅਨ ਰਿਵਰ ਦੇ ਸਾਊਥ ਵਾਲੇ ਪਾਸੇ ਅਤੇ ਹੈਰੀਸਨ ਗ੍ਰੇਡ ਰੋਡ, ਗ੍ਰੀਨ ਵੈਲੀ ਰੋਡ ਅਤੇ ਹਾਈਵੇ 116 ਉਹਦੇ ਵੈਸਟ ਵਾਲੇ ਪਾਸੇ ਜਿਹੜਾ ਆ ਇਸ ਜ਼ੋਨ ਦੇ ਵਿੱਚ ਜਿਹੜੀ ਇਵੈਕੂਏਸ਼ਨ ਕੀਤੀ ਗਈ ਆ। ਇਹ ਜਿਹੜੀ ਕਾਉਂਟੀ ਜਿਹੜੀ ਉੱਧਰਲੇ ਪਾਸੇ ਆ ਇਹ ਉਹਨਾਂ ਨੇ ਇਵੈਕੂਏਸ਼ਨ ਕੀਤੀ ਆ। ਇਸੇ ਤਰੀਕੇ ਦੇ ਨਾਲ ਵੱਖ-ਵੱਖ ਇਵੈਕੂਏਸ਼ਨ ਜ਼ੋਨ ਜਿਹੜੇ ਆ ਉਹਨਾਂ ਨੇ ਉਹ ਬਣਾਏ ਹੈਗੇ। ਵਾਲ ਬ੍ਰਿਜ ਫਾਇਰ ਜਿਹੜੀ ਚੱਲ ਰਹੀ ਆ ਉਸ 'ਤੇ ਇਹ ਸਾਰੀਆਂ ਜਿਹੜੀਆਂ ਫਾਇਰ ਤਕਰੀਬਨ ਰਸ਼ੀਅਨ ਰਿਵਰ ਦੇ ਇਰਦ ਗਿਰਦ ਜਿਹੜੀਆਂ ਚੱਲ ਰਹੀਆਂ ਨੇ, ਜਿੱਥੇ ਪੋਕਟ ਕੈਨੀਅਨ ਆ ਅਤੇ ਹਾਈਵੇ 116 ਆ ਉਸ ਦੇ ਇਰਦ ਗਿਰਦ ਕਾਫੀ ਜ਼ਿਆਦਾ ਇਵੈਕੂਏਸ਼ਨਸ ਜਿਹੜੇ ਆ ਉਹ ਇਸ ਟਾਈਮ ਉਹਨਾਂ ਨੇ ਆਰਡਰ ਕੀਤੇ ਹੋਏ ਨੇ। ਸੋ ਬਿਲਕੁਲ ਬੈਕਾਵਿਲ ਦੇ ਵਿੱਚ ਕਾਫੀ ਨੇਬਰਹੁੱਡਸ ਦੇ ਵਿੱਚ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ। ਨਾਰਥ ਵੈਸਟ ਬੈਕਾਵਿਲ ਦੇ ਵਿੱਚ ਰਾਈਟ ਨਾਓ ਇਵੈਕੂਏਸ਼ਨ ਆਰਡਰਸ ਹੈਗੇ ਆ। ਕਹਿੰਦੇ ਵੀ ਪਲੈਜ਼ੈਂਟ ਵੈਲੀ ਰੋਡ ਜਿਹੜੀ ਬੈਕਾਵਿਲ 'ਚ ਆ ਉੱਥੇ 50 ਜਿਹੜੀਆਂ ਸਟਰਕਚਰਸ ਆ ਉਹ ਸੜ ਕੇ ਸਵਾਹ ਹੋ ਗਈਆਂ। ਹੁਣ ਇਹਨਾਂ 'ਚੋਂ ਦੇਖਣਾ ਇਹ ਹੈਗਾ ਵੀ ਘਰ ਕਿੰਨੇ ਕੁ ਸੀਗੇ। ਸੋ ਬੈਕਾਵਿਲ ਏਰੀਏ ਦੇ ਲਾਗੇ ਛਾਗੇ ਜਿਹੜੀਆਂ ਪਹਾੜੀਆਂ ਖੇਤਾਂ ਵਾਲਾ ਏਰੀਆ ਨਾ ਉੱਥੇ ਕਾਫੀ ਜਿਹੜਾ ਨੁਕਸਾਨ ਹੋ ਰਿਹਾ। ਆਪਾਂ ਨੂੰ ਪਤਾ ਜਦੋਂ ਆਪਾਂ 880 ਤੇ ਜਾਂਦੇ ਹੈਗੇ ਬੇ ਏਰੀਏ ਤੋਂ ਸੈਕਰਾਮੈਂਟੋ ਵੱਲ ਨੂੰ, ਉੱਥੇ ਜਿਹੜਾ ਬੈਕਾਵਿਲ ਫੇਅਰਫੀਲਡ ਏਰੀਆ ਹੈ ਨਾ ਉੱਥੇ ਹਵਾ ਬਹੁਤ ਤੇਜ਼ ਚੱਲਦੀ ਹੁੰਦੀ ਆ। ਸੋ ਜੇ ਕਿਤੇ ਹੁਣ ਜਿੱਦਾਂ ਅੱਗਾਂ ਲੱਗੀਆਂ ਅਤੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਉਹ ਟੋਰਨੈਡੋ ਫਾਇਰ ਕਹਿ ਰਹੇ ਨਾ, ਅਤੇ ਬਹੁਤ ਹੀ ਜਲਦੀ ਜਿਹੜੀ ਅੱਗ ਆ ਉਹ ਫੈਲ ਰਹੀ ਹੈਗੀ ਆ। ਜੀ ਜੀ ਬਿਲਕੁਲ। ਤੁਸੀਂ ਹਰ ਇੱਕ ਨੂੰ ਬਿਪਤਾ ਦੀ ਘੜੀ ਦੇ ਲਈ ਤਿਆਰੀ ਜਿਹੜੀ ਉਹ ਕੱਸਣੀ ਚਾਹੀਦੀ, ਵੀ ਰੱਬ ਨਾ ਕਰੇ ਜੇ ਅਚਾਨਕ ਜਿਹੜਾ ਉਹ ਨਿਕਲਣਾ ਪਵੇ ਅਤੇ ਕੀ ਤੁਹਾਡਾ ਡਾਕੂਮੈਂਟ ਵਗੈਰਾ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਨੇ, ਉਹ ਚੀਜ਼ਾਂ ਤਿਆਰ ਕਰੋ। ਜੇ ਬੱਚੇ ਆ ਉਹਨਾਂ ਦਾ ਬੈਗ ਇੱਕ ਛੋਟਾ ਛੋਟਾ ਜਿਹੜਾ ਤਿਆਰ ਕਰਕੇ ਰੱਖੋ। ਆਪਣੇ ਦੇ ਲਈ ਜਿਹੜਾ ਇੱਕ ਬੈਗ ਜਿਹੜਾ ਉਹ ਤਿਆਰ ਰੱਖੋ ਵੀ ਲੋੜ ਪੈਣ ਦੇ ਉੱਤੇ ਦਵਾਈਆਂ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਿੱਥੇ ਆ ਕਿਵੇਂ ਆ, ਅਤੇ ਜੇ ਉਹ ਮੁੱਕਣ ਵਾਲੀਆਂ ਤਾਂ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਆ ਤੁਸੀਂ ਭਰਾ ਕੇ ਰੱਖੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਸਮੇਂ ਸਿਰ ਜਿਹੜਾ ਇਸ ਚੀਜ਼ ਦੇ ਲਈ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਹੁਣ ਦੇਖੋ ਵੀ ਇਹਨਾਂ ਦੇ ਉੱਤੇ ਤਾਂ ਕੁਦਰਤੀ ਜਿਹੜੀਆਂ ਦੋਹਰੀਆਂ ਮਾਰਾਂ ਜਿਹੜੀਆਂ ਉਹ ਪੈ ਰਹੀਆਂ, ਇੱਕ ਪਾਸੇ ਅੱਗਾਂ, ਦੂਜੇ ਪਾਸੇ ਜਿਹੜਾ ਕਰੋਨਾ ਵਾਇਰਸ ਆ, ਇਹ ਸਾਰੇ ਚੀਜ਼ਾਂ ਨੂੰ ਲੈ ਕੇ ਕਾਫੀ ਜਿਹੜੇ ਹਾਲਾਤ ਆ ਉਹ ਨਾਜ਼ੁਕ
ਜਿਹੜੇ ਉਹ ਬਣੇ ਨੇ। ਕਈ ਥਾਵਾਂ ਦੇ ਉੱਤੇ ਕਈ ਕੁਛ ਜਿਹੜਾ ਇਸ ਟਾਈਮ ਸੜ ਰਿਹਾ ਹੈਗਾ ਆ। ਫਾਇਰ ਫਾਈਟਰ ਵੀ ਜਿਹੜੇ ਉਹ ਧੰਨ ਨੇ ਵੀ ਇਸ ਟਾਈਮ ਜਿਹੜੀ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਅਣਥੱਕ ਮਿਹਨਤ ਕਰਕੇ ਆਪਾਂ ਨੂੰ ਜਿਹੜਾ ਉਹ ਸੁਰੱਖਿਅਤ ਰੱਖਣ ਦੇ ਵਿੱਚ ਜਿਹੜਾ ਉਹ ਮਿਹਨਤ ਮਸ਼ੱਕਤ ਜਿਹੜੀ ਕਰ ਰਹੇ ਆ। ਸੋ ਉਹਨਾਂ ਦਾ ਅਸੀਂ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜਿੱਦਾਂ ਹੀ ਇਹ ਸਾਰਾ ਕੁਛ ਠੀਕ ਹੁੰਦਾ ਆ ਤੇ ਸਾਰੇ ਜਾਣੇ ਇਹਨਾਂ ਦਾ ਧੰਨਵਾਦ ਜਿਹੜਾ ਉਹ ਬਿਲਕੁਲ ਕਰਨ ਆਪਾਂ ਹਮੇਸ਼ਾ ਜਾਓ। ਕਹਿੰਦੇ ਰਹਿੰਦੇ ਹਾਂ, ਜੀ। ਪਿਛਲੇ ਦਿਨਾਂ 'ਚ ਵੀ ਪਿਛਲੇ ਸਾਲਾਂ 'ਚ ਵੀ ਕਹਿੰਦੇ ਰਹੇ ਹਾਂ, ਜਿਹੜੇ ਏਰੀਏ 'ਚ ਤੁਹਾਡੇ ਫਾਇਰ ਡਿਪਾਰਟਮੈਂਟਸ ਹੁੰਦੀਆਂ ਆ, ਆਲਮੋਸਟ ਹਰ 4 5 6 ਬਲੋਕਾਂ ਦੇ ਵਿੱਚ ਹੁੰਦੀ ਹੈਗੀ ਆ, ਉਹਨਾਂ ਦਾ ਜਾ ਕੇ ਥੈਂਕ ਯੂ ਕਰਨਾ ਚਾਹੀਦਾ। ਚਾਹੇ ਕੌਫੀ ਦਾ ਕੱਪ ਡੋਨਟ ਸੀ ਉਹਨਾਂ ਦੇ ਲਈ ਲੈ ਜਾਓ। ਤੁਸੀਂ ਦੇਖੋ ਵੀ ਇੱਕ ਤਾਂ ਟੈਂਪਰੇਚਰ 100-105 ਡਿਗਰੀ ਤੋਂ ਉੱਤੇ ਆ ਤੇ ਉਹਨਾਂ ਨੇ ਜਿਹੜੀ ਅੱਗ ਲੱਗੀ ਆ ਕਿੰਨਾ ਉਹਦਾ ਟੈਂਪਰੇਚਰ ਇੰਨੇ ਜੀ। ਭਾਰੇ ਕੱਪੜੇ ਪਾਏ ਹੋਣੇ, ਇੰਨਾ ਇਕਵਿਪਮੈਂਟ ਨਾਲ ਲੈ ਕੇ ਜਾਣਾ। ਸੋ ਇਹ ਬਹੁਤ ਜ਼ਿਆਦਾ ਇਸ ਟਾਈਮ ਹੁੰਦਾ ਹੈ। ਤੇ ਬੈਸਟ ਜਿਹੜਾ ਹੈ ਨਾ, ਜਿੱਥੇ ਜਿੱਥੇ ਤੁਸੀਂ ਰਹਿ ਰਹੇ ਆ ਆਪੋ ਆਪਣੀ ਕਾਉਂਟੀ ਦੀ ਵੈਬਸਾਈਟ ਜਿਹੜੀ ਉਹ ਜ਼ਰੂਰ ਚੈੱਕ ਕਰੋ। ਸਨੋਮਾ 'ਚ ਸਨੋਮਾ ਦੀ ਕਰੋ, ਸੈਂਟਾ ਕਲਾਰਾ 'ਚ ਇੱਥੋਂ ਦੀ ਵੈਬਸਾਈਟ ਚੈੱਕ ਕਰੋ, ਅਤੇ ਜਾਂ ਫਿਰ ਕੈਲ ਫਾਇਰ ਦੀ ਜਿਹੜੀ ਆ ਵੈਬਸਾਈਟ ਆ ਉਹ ਤੁਸੀਂ ਜ਼ਰੂਰ ਚੈੱਕ ਕਰੋ। ਅਪਡੇਟ ਜਿਹੜਾ ਉਹ ਤੁਸੀਂ ਵੱਧ ਤੋਂ ਵੱਧ ਰਹੋ ਉਹਨਾਂ ਦੇ ਫੇਸਬੁੱਕ ਜਾਂ ਟਵਿੱਟਰ ਪੇਜਾਂ ਦੇ ਨਾਲ ਜਿਹੜਾ ਉਹ ਤੁਸੀਂ ਜੁੜੋ, ਤਾਂ ਜੋ ਤੁਸੀਂ ਦੇਖਦੇ ਰਹੋ ਕੀ ਕੁਛ ਜਿਹੜਾ ਇਸ ਟਾਈਮ ਲੇਟੈਸਟ ਅਪਡੇਟਸ ਚੱਲ ਰਹੀਆਂ, ਕਿੱਥੇ ਇਵੈਕੂਏਸ਼ਨ ਜਿਹੜੀ ਆ ਉਹ ਹੈਗੀ ਆ। ਹੋਪਫੁਲੀ ਪੈਰਾਡਾਈਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਸਮੱਸਿਆ ਪਈ ਸੀ ਵੀ ਲੋਕਾਂ ਨੂੰ ਸਮੇਂ ਸਿਰ ਜਿਹੜਾ ਉਹ ਇਤਲਾਹ ਨਹੀਂ ਕੀਤੀ ਜਾ ਸਕੀ ਸੀ, ਅਤੇ ਉਸ ਦਾ ਬਹੁਤ ਜ਼ਿਆਦਾ ਬਾਅਦ ਦੇ ਵਿੱਚ ਮਸਲਾ ਵੀ ਜਿਹੜਾ ਉਹ ਬਣਿਆ ਸੀ। ਟਰਾਈ ਇਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਇਹ ਕੀਤੀ ਸੀਗੀ ਵੀ ਆਪਾਂ ਫੋਨ ਦੇ ਜ਼ਰੀਏ ਜਿਹੜੇ ਅਲਰਟ ਆ ਉਹ ਘੱਲਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਸੋ ਫੋਨ ਦੇ ਉੱਤੇ ਵੀ ਆਪਣੇ ਜਿਹੜੀ ਆ ਉਹ ਨਜ਼ਰ ਕਰਕੇ ਰੱਖਿਓ। ਬਾਕੀ ਸ਼ੈਰਿਫ ਜਿਹੜੇ ਆ ਕਈ ਵਾਰੀ ਫਿਰ ਘੁੰਮਦੇ ਹੁੰਦੇ ਆ ਹੌਂਕ ਮਾਰਦੇ ਹੋਏ ਅਤੇ ਲਾਊਡ ਸਪੀਕਰ ਦੇ ਵਿੱਚ ਬੋਲਦੇ ਹੋਏ ਵੀ ਤੁਹਾਨੂੰ ਐਕੂਏਟ ਇੱਥੋਂ ਕੀਤਾ ਗਿਆ, ਵੀ ਤੁਹਾਨੂੰ ਜਾਣਾ ਹੀ ਜਿਹੜਾ ਉਹ ਪੈਣਾ ਆ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਸੀਂ ਕਿਰਪਾ ਕਰਕੇ ਜਿਹੜਾ ਵੱਧ ਤੋਂ ਵੱਧ ਜਿਹੜੀ ਉਹ ਨਜ਼ਰ ਰੱਖਿਓ ਜੀ। ਜੀ ਜੀ। ਸੋ ਸਾਡਾ ਹੁਣ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ, ਪਲੀਜ਼ ਜਿੰਨੇ ਵੀ ਸੁਣ ਰਹੇ ਆ ਦੇਖ ਰਹੇ ਆ, ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ। ਬੜਾ ਈਜ਼ੀ ਆ, ਕੋਈ ਸਬਸਕ੍ਰਿਪਸ਼ਨ ਫੀਸ ਨਹੀਂ, ਕੁਛ ਨਹੀਂ, ਤਾਂ ਕਿ ਜਿਹੜੇ ਵੱਖ-ਵੱਖ ਪ੍ਰੋਗਰਾਮ ਆ ਤੁਸੀਂ ਉੱਥੇ ਦੇਖ ਸਕੋ। ਕਾਫੀ ਪ੍ਰੋਗਰਾਮ ਅਸੀਂ YouTube ਦੇ ਉੱਤੇ ਲਾਈਵ ਦਿੰਨੇ ਵੀ ਆ, ਪਾਣੇ ਵੀ ਸ਼ੁਰੂ ਕੀਤੇ, ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਡ ਕਰਾਂਗੇ। ਬਹੁਤ ਹੀ ਵਧੀਆ ਪ੍ਰੋਗਰਾਮ ਹੋਊਗੇ। ਸੋ ਵੱਧ ਤੋਂ ਵੱਧ ਜਿਹੜੇ ਆ ਉਸ ਨੂੰ ਸਬਸਕ੍ਰਾਈਬ ਕਰ ਲਓ ਜੀ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।